ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 33 ਤੇ ਉੱਤੋਂ ਇੱਕ ਪੈਰਾ ਛੱਡ ਕੇ ਸ਼੍ਰੀ ਰਾਗ ਮਹਿਲਾ ਤੀਜਾ। ਇਹਦੇ ਆਪਾਂ ਦੋ ਪੰਗਤੀਆਂ ਕਰ ਲਈਆਂ ਸਨ, ਪਰ ਦੁਬਾਰਾ ਕਰ ਲੈਣ ਤਾਂ ਜੋ ਲਿੰਕ ਜਿਹੜਾ ਹੈ ਉਹ ਜੁੜ ਜਾਵੇ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹਿ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਤੀਸਰੇ ਪਾਤਸ਼ਾਹ ਕਹਿੰਦੇ ਕਾਇਆ ਸਾਧੈ, ਕੋਈ ਸਰੀਰ ਨੂੰ ਸਾਧੇ, ਸਰੀਰ ਨੂੰ ਸਾਫ ਸੁਥਰਾ ਰੱਖੇ, ਉਰਦ ਤਪ ਕਰੇ, ਫਿਰ ਪੁੱਠਾ ਹੋ ਕੇ ਤਪੱਸਿਆ ਕਰੇ, ਵਿੱਚੋਂ ਹਉਮੈ ਨਾ ਜਾਏ। ਪਰ ਇਸ ਤਰ੍ਹਾਂ ਅੰਦਰੋਂ ਹਉਮੈ ਨਹੀਂ ਖਤਮ ਹੁੰਦੇ, ਅਤੇ ਜਿੱਥੇ ਹਉਮੈ ਆ ਉੱਥੇ ਨਾਮ ਨਹੀਂ ਵਸ ਸਕਦਾ। ਹਉਮੈ ਨਾਮੈ ਨਾਲ ਵਿਰੋਧ ਹੈ। ਜਿੱਥੇ ਹਉਮੈ ਉੱਥੇ ਨਾਮ ਨਹੀਂ ਵਸ ਸਕਦਾ। ਜਿੱਥੇ ਨਾਮ ਨਹੀਂ ਵਸ ਸਕਦਾ ਉੱਥੇ ਪ੍ਰਾਪਤੀ ਨਹੀਂ ਹੁੰਦੀ। ਜ਼ਰੂਰੀ ਹੈ ਅੰਦਰੋਂ ਹਉਮੈ ਦਾ ਖਤਮ ਹੋਣਾ। ਉਹ ਨਾਮ ਜਪ ਜਪ ਕੇ ਹੁੰਦੀ ਹੈ, ਹੋਰ ਕਿਸੇ ਤਰੀਕੇ ਨਾਲ ਹਉਮੈ ਖਤਮ ਨਹੀਂ ਹੁੰਦੀ। ਭਾਵੇਂ ਆਪਾਂ ਨੂੰ ਗਿਆਨ ਵੀ ਹੋਵੇ ਕਿ ਮੇਰੇ ਅੰਦਰ ਹਉਮੈ ਹੈ, ਪਰ ਉਹ ਆਪਣੇ ਜਿਹੜੇ ਯਤਨ ਨਾਲ ਨਹੀਂ ਗੱਲ ਬਣਦੀ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਅੰਦਰੋਂ ਹਉਮੈ ਖਤਮ ਕਰਦਾ ਹੈ। ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹਿ ਪਾਏ। ਇਹੋ ਜਿਹਾ ਬੰਦਾ ਜੇ ਧਾਰਮਿਕ ਕਰਮ ਕਰੇ ਵੀ ਤਾਂ ਉਹਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਉਹਦਾ ਜਿਹੜਾ ਸਾਧਨ ਹੈ ਪ੍ਰਾਪਤੀ ਦਾ ਉਹੀ ਗਲਤ ਹੈ। ਉਹੀ ਗਲਤ ਹੈ, ਸਾਧਨ ਹੀ ਠੀਕ ਨਹੀਂ ਹੈ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਜਿਹੜਾ ਗੁਰੂ ਦੇ ਸ਼ਬਦ ਰਾਹੀਂ ਜਿਉਂਦਿਆਂ ਹੀ ਮਰ ਜਾਵੇ, ਆਪਣੇ ਅੰਦਰ ਹਉਮੈ ਤਿਆਗ ਦੇਵੇ, ਨਾਮ ਵਸੈ ਮਨ ਆਏ, ਉਹਦੇ ਅੰਦਰ ਫਿਰ ਨਾਮ ਵਸਦਾ। ਜੀਵਤ ਕੌਣ ਮਰੇਗਾ? ਜਿਹੜਾ ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ। ਉਹ ਜਿਉਂਦੇ ਹੀ ਮਰਿਆ ਹੋਇਆ ਹੈ, ਭਾਵ ਉਹਦੇ ਅੰਦਰ ਹਉਮੈ ਫਿਰ ਨਹੀਂ ਰਹਿੰਦੀ। ਜੀਵਤ ਮਰਨ ਤੋਂ ਭਾਵ ਹੈ ਅੰਦਰੋਂ ਹਉਮੈ ਨੂੰ ਖਤਮ ਕਰ ਲੈਣਾ। ਅਤੇ ਉਹ ਤਾਂ ਹੀ ਹੋ ਸਕਦਾ ਗੁਰ ਕੈ ਸ਼ਬਦ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਮੰਤਰ ਰਾਹੀਂ, ਗੁਰੂ ਦੀ ਸਿਫਤ ਸਲਾਹ ਰਾਹੀਂ, ਬਾਣੀ ਰਾਹੀਂ ਫਿਰ ਨਾਮ ਅੰਦਰ ਆ ਕੇ ਵਸ ਜਾਂਦਾ, ਪਰਮਾਤਮਾ ਆ ਕੇ ਵਸ ਜਾਂਦਾ ਹੈ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਨਾ, ਗੁਰ ਪ੍ਰਸਾਦੀ ਛੁਟੀਏ, ਬਿਖ ਭਵਜਲ ਸ਼ਬਦ ਗੁਰ ਤਰਨ ਰਹਾ। ਸੁਣ ਮਨ ਮੇਰੇ, ਹੇ ਮੇਰੇ ਮਨਾ ਸੁਣ, ਭਜ ਸਤਿਗੁਰ ਸ਼ਰਨਾ, ਤੂੰ ਦੌੜ ਕੇ ਗੁਰੂ ਦੀ ਸ਼ਰਨ 'ਚ ਆ ਜਾ। ਕਿਉਂਕਿ ਬੰਦਾ ਜਦੋਂ ਸ਼ਰਨ 'ਚ ਆਵੇਗਾ, ਜਿਹਦੀ ਸ਼ਰਨ 'ਚ ਆਵੇਗਾ, ਫਿਰ ਉਹਦੇ ਆਖੇ ਲੱਗੇਗਾ। ਅਸੀਂ ਗੁਰੂ ਦੇ ਦਰ 'ਤੇ ਜਾਂਦੇ ਹਾਂ, ਮੱਥਾ ਵੀ ਟੇਕਦੇ ਹਾਂ, ਸਭ ਕੁਛ ਕਰਦੇ ਹਾਂ, ਪਰ ਉਹਦੀ ਸ਼ਰਨ 'ਚ ਨਹੀਂ ਜਾਂਦੇ। ਉਸ ਦੀ ਸ਼ਰਨ 'ਚ ਨਹੀਂ ਜਾਂਦੇ। ਸ਼ਰਨ 'ਚ ਨਾ ਜਾਣ ਕਾਰਨ ਦੇਖਣ ਨੂੰ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਪਰ ਉਹਦੀ ਸ਼ਰਨ 'ਚ ਨਾ ਜਾਣ ਕਾਰਨ ਸਾਡੀ ਗੱਲ ਨਹੀਂ ਕੋਈ ਬਣਦੀ। ਅਸੀਂ ਫਿਰ ਵੀ ਆਪਣੀ ਮਰਜ਼ੀ ਕਰਦੇ ਰਹਿੰਦੇ। ਅਸੀਂ ਆਪਣੀ ਮਰਜ਼ੀ ਕਰਦੇ ਰਹਿੰਦੇ ਹਾਂ, ਇਸ ਲਈ ਉਹਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਮਰਜ਼ੀ ਅਨੁਸਾਰ, ਰੱਬ ਦੀ ਮਰਜ਼ੀ ਅਨੁਸਾਰ ਚੱਲਾਂਗੇ ਤਾਂ ਜਾ ਕੇ ਪ੍ਰਾਪਤੀ ਹੋਵੇਗੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਕਿ ਹੇ ਮਨਾ,
ਤੂੰ ਦੌੜ ਕੇ ਗੁਰੂ ਦੀ ਸ਼ਰਨ 'ਚ ਚਲਿਆ ਜਾ। ਗੁਰ ਪ੍ਰਸਾਦੀ ਛੁਟੀਏ ਬਿਖ ਭਵਜਲ ਸ਼ਬਦ ਗੁਰ ਤਰਨ। ਗੁਰੂ ਦੀ ਕਿਰਪਾ ਨਾਲ ਫਿਰ ਤੇਰਾ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਏਗਾ। ਇਹ ਬਿਖ ਭਵਜਲ, ਇਹ ਮਾਇਆ ਦਾ ਜਿਹੜਾ ਸਮੁੰਦਰ ਹੈ ਨਾ, ਸ਼ਬਦ ਗੁਰ ਤਰਨ, ਤੂੰ ਗੁਰੂ ਦੇ ਸ਼ਬਦ ਨਾਲ ਇਸ ਭਵ ਸਾਗਰ ਨੂੰ, ਇਹ ਮਾਇਆ ਦੇ ਸਾਗਰ ਨੂੰ ਤੂੰ ਤਰ ਜਾਵੇਂਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਹੋ ਜਾਏਗਾ, ਫਿਰ ਤੂੰ ਉੱਪਰ ਹੋ ਜਾਏਗਾ। ਰਹੋ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਪੰਡਿਤ ਪੜ੍ਹੈ, ਉਡਾੜੇ ਤੇ ਪੈਰ 'ਚ ਹਾਹਾ ਲਾ ਕੇ ਬੋਲਣਾ। ਪੰਡਿਤ ਪੜ੍ਹੈ ਬੰਧਨ ਮੋਹ ਬੰਧ, ਨਾ ਬੂਝੈ। ਧਿਆਨ ਦੇਣਾ, ਇੱਕ ਹੈ ਨੰਨਾ ਹਾਹਾ, ਇੱਕ ਹੈ ਨੰਨਾ ਹਾਹੇ ਨੂੰ ਸਿਹਾਰੀ। ਜੇ ਨੰਨਾ ਹਾਹੇ ਨੂੰ ਸਿਹਾਰੀ ਹੋਵੇ, ਉਹ ਹੈ ਹਿੰਦੀ ਦਾ ਸ਼ਬਦ, ਉਹਦਾ ਉਚਾਰਨ ਹੈ ਨਹ। ਜੇ ਇਕੱਲਾ ਨੰਨਾ ਹਾਹਾ, ਇਹ ਹੈ ਫਾਰਸੀ ਦਾ ਸ਼ਬਦ, ਅਤੇ ਫਾਰਸੀ ਦਾ ਨਿਯਮ ਹੈ ਕਿ ਹਾਹੇ ਤੋਂ ਪਹਿਲੇ ਅੱਖਰ ਨੂੰ ਕੰਨਾ ਲੱਗਦਾ ਬੋਲਣ ਵੇਲੇ, ਨਾ। ਹੁਣ ਇਸੇ ਇਸ ਨੂੰ ਕੀ ਪੜ੍ਹਨਾ? ਨਾ, ਕਿਉਂਕਿ ਹਾਹੇ ਨੂੰ ਸਿਹਾਰੀ ਨਹੀਂ ਲੱਗੀ। ਪੰਡਿਤ ਪੜ੍ਹੈ ਬੰਧਨ ਮੋਹ ਬੰਧ, ਨਾ ਬੂਝੈ ਵਿਖਿਆ ਪਿਆਰ। ਪੰਡਿਤ ਹੈ, ਉਹ ਧਾਰਮਿਕ ਗ੍ਰੰਥ ਪੜ੍ਹਦਾ ਹੈ, ਪਰ ਉਹਨਾਂ ਗ੍ਰੰਥਾਂ ਦੇ ਅਮਲ ਨਾ ਕਰਨ ਕਰਕੇ ਮੋਹ 'ਚ ਵੱਜਿਆ ਰਹਿੰਦਾ, ਮਾਇਆ ਦੇ ਮੋਹ 'ਚ, ਬੰਧਨਾਂ 'ਚ ਵੱਜਿਆ ਰਹਿੰਦਾ। ਨਾ ਬੂਝੈ ਵਿਖਿਆ ਪਿਆਰ, ਉਹਦਾ ਮਾਇਆ ਨਾਲ ਪਿਆਰ ਹੋਣ ਕਰ, ਵਿਖਿਆ ਮਾਇਆ, ਮਾਇਆ ਨਾਲ ਪਿਆਰ ਹੋਣ ਕਰਕੇ ਉਹ ਜੋ ਵਿੱਚ ਲਿਖਿਆ ਹੈ ਉਹਨੂੰ ਸਮਝਦਾ ਨਹੀਂ ਹੈ, ਉਹਨੂੰ ਸਮਝਦਾ ਨਹੀਂ, ਉਹਦੇ ਅਨੁਸਾਰ ਕਰਮ ਨਹੀਂ ਕਰਦਾ। ਉਹ ਤਾਂ ਪਾਠ ਕਰਕੇ ਸੁਣਾ ਰਿਹਾ ਵੀ ਲੋਕ ਇਹਦੇ ਬਦਲੇ ਮੈਨੂੰ ਪੈਸੇ ਦੇਣਗੇ, ਜਿਵੇਂ ਆਪਣੇ ਪੇੜ ਪਾਠੀ, ਪੇੜ ਕੀਰਤਨੀ ਹੈ, ਪੇੜ ਕਥਾਕਾਰ ਹੁੰਦੇ ਨੇ। ਜਿਹੜਾ ਬੰਦਾ ਪੈਸੇ ਲੈ ਕੇ ਕੋਈ ਕੰਮ ਕਰਨ ਲੱਗ ਜਾਏ, ਉਹਦਾ ਧਿਆਨ ਫਿਰ ਪੈਸਿਆਂ ਵੱਲ ਹੁੰਦਾ ਹੈ। ਕੀਰਤਨੀ ਫਿਰ ਵੇਖਦਾ ਰਹਿੰਦਾ ਵੀ ਕੋਈ 5 ਰੁਪਏ ਮੱਥਾ ਟੇਕ ਰਿਹਾ, ਕੋਈ 10 ਰੁਪਏ ਵਾਜਦੇ ਧਾਰ ਰਿਹਾ, ਕੋਈ ਕਿਹੜੇ ਧਾਰ ਰਿਹਾ, ਉਹਦਾ ਧਿਆਨ ਉੱਧਰ ਨੂੰ ਹੋ ਜਾਂਦਾ ਹੈ। ਸੋ ਇਸ ਕਰਕੇ ਵਿਖਿਆ ਨਾਲ, ਮਾਇਆ ਨਾਲ ਪਿਆਰ ਹੋਣ ਕਰਕੇ ਉਹਨੂੰ ਸੋਝੀ ਨਹੀਂ ਆਉਂਦੀ। ਉਹ ਜਿਹੜੇ ਗ੍ਰੰਥਾਂ 'ਚ ਲਿਖਿਆ ਉਹਦੇ ਅਨੁਸਾਰ ਉਹ ਕਰਮ ਨਹੀਂ ਕਰਦਾ। ਸਤਿਗੁਰ ਮਿਲੇ ਤ੍ਰਿਕੁਟੀ ਛੂਟੈ, ਚੌਥਾ ਪਦ ਮੁਕਤ ਦੁਆਰ। ਤ੍ਰਿਕੁਟੀ, ਮਾਇਆ ਦੇ 3 ਗੁਣ ਨੇ, ਰਜੋ ਤਮੋ ਸਤੋ, ਇਹਨੂੰ ਕਹਿੰਦੇ ਤ੍ਰਿਕੁਟੀ। ਜਦੋਂ ਗੁਰੂ ਮਿਲਦਾ ਫਿਰ ਮਾਇਆ ਦੀ ਤ੍ਰਿਕੁਟੀ ਛੁੱਟ ਜਾਂਦੀ ਹੈ। ਮਨੁੱਖ ਰਜੋ ਤਮੋ ਸਤੋ 'ਚੋਂ ਨਿਕਲ ਕੇ ਚੌਥੇ ਪਦ 'ਤੇ ਪਹੁੰਚ ਜਾਂਦਾ ਹੈ। 3 ਪਦ ਮਾਇਆ ਦੇ ਨੇ, ਤਮੋ, ਫਿਰ ਰਜੋ, ਫਿਰ ਸਤੋ। ਜਿਹੜਾ ਚੌਥਾ ਪਦ ਹੈ ਉਹਦੇ ਬ੍ਰਹਮ ਗਿਆਨ ਦਾ ਹੈ। ਬ੍ਰਹਮ ਗਿਆਨ ਹੋਣ ਤੋਂ ਬਾਅਦ ਫਿਰ ਜੰਮਣ ਮਰਨ ਦਾ ਚੱਕਰ ਹਮੇਸ਼ਾ ਹਮੇਸ਼ਾ ਲਈ ਮਨੁੱਖ ਦਾ ਖਤਮ ਹੋ ਜਾਂਦਾ ਹੈ। ਤਾਂ ਇਹ ਕਹਿੰਦੇ ਸਤਿਗੁਰ ਮਿਲਿਆ ਤ੍ਰਿਕੁਟੀ ਛੁਟੈ, ਚੌਥਾ ਪਦ ਮੁਕਤ ਦੁਆਰ। ਗੁਰੂ ਮਿਲਣ ਨਾਲ ਫਿਰ ਕਿ ਮਾਇਆ ਦੀ ਜਿਹੜੀ ਤ੍ਰਿਕੁਟੀ ਹੈ, ਇਸ ਤੋਂ ਮਨੁੱਖ ਦਾ ਛੁਟਕਾਰਾ ਹੋ ਜਾਂਦਾ ਹੈ। ਫਿਰ ਉਹ ਚੌਥੇ ਪਦ 'ਤੇ ਪਹੁੰਚ ਜਾਂਦਾ ਹੈ, ਫਿਰ ਉਹਨੂੰ ਮੁਕਤੀ ਮਿਲ ਜਾਂਦੀ ਹੈ। ਮੁਕਤ ਦੁਆਰ, ਮੁਕਤੀ ਦਾ ਦਰ ਮਿਲ ਜਾਂਦਾ, ਭਾਵ ਉਹ ਮੁਕਤ ਹੋ ਜਾਂਦਾ ਹੈ। ਗੁਰ ਤੇ ਮਾਰਗ ਪਾਈਏ, ਚੂਕੈ ਮੋਹ ਗੁਬਾਰ। ਸ਼ਬਦ ਮਰੈ ਤਾਂ ਉਧਰੈ, ਪਾਏ ਮੋਖ ਦੁਆਰ। ਗੁਰ ਪ੍ਰਸਾਦੀ ਮਿਲ ਰਹਿ, ਸੱਚ ਨਾਮ ਕਰਤਾਰ। ਗੁਰ ਤੇ ਮਾਰਗ ਪਾਈਏ, ਪਰਮਾਤਮਾ ਨੂੰ ਮਿਲਣ ਦਾ ਜਿਹੜਾ ਰਸਤਾ ਹੈ, ਇਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਫਿਰ ਜਦੋਂ ਉਸ ਮਾਰਗ 'ਤੇ ਮਨੁੱਖ ਚੱਲਦਾ ਹੈ, ਚੁੱਕੈ ਮੋਹ ਗੁਬਾਰ। ਗੁਬਾਰ ਹੁੰਦਾ ਹਨੇਰਾ,
ਮੋਹ ਦਾ ਜਿਹੜਾ ਕੁੱਪ ਹਨੇਰਾ ਹੈ, ਚੁੱਕਿਆ ਹੁੰਦਾ ਖਤਮ ਹੋ ਜਾਣ। ਅੰਦਰੋਂ ਮੋਹ ਦਾ ਜੋ ਹਨੇਰਾ ਹੈ ਉਹ ਖਤਮ ਹੋ ਜਾਂਦਾ ਹੈ। ਕਿਉਂ? ਗੁਰੂ ਤੋਂ ਮਾਰਗ ਦਾ ਪਤਾ ਲੱਗ ਗਿਆ। ਸਿਰਫ ਮਾਰਗ ਦਾ ਪਤਾ ਲੱਗਣ ਨਾਲ ਭਾਈ ਗੁਰਦਾਸ ਜੀ ਕਹਿੰਦੇ ਨਹੀਂ। ਮੰਨ ਲਓ ਮੈਂ ਕਿਸੇ ਨੂੰ ਸਰਹੰਦ ਜਾਣ ਦਾ ਰਾਹ ਦੱਸ ਦਿੰਦਾ ਵੀ ਆਹ ਸੜਕ ਜਾਏਗੀ, ਅੱਗੇ ਫਿਰ ਮਗਰੋਂ ਵੱਡੀ ਸੜਕ ਆ ਰਹੀ ਹੋਵੇਗੀ, ਤੂੰ ਹੇਠੋਂ ਦੀ ਲੰਘ ਜਾਣਾ, ਤੁਸੀਂ ਸ਼ਹਿਰ 'ਚ ਪਹੁੰਚ ਜਾਣਾ। ਸਿਰਫ ਮਾਰਗ ਪੁੱਛਣ ਜਾਂ ਦੱਸਣ ਨਾਲ ਪ੍ਰਾਪਤੀ ਨਹੀਂ ਹੁੰਦੀ, ਜਿੰਨਾ ਚਿਰ ਮਨੁੱਖ ਉਸ ਮਾਰਗ 'ਤੇ ਚੱਲੇ ਨਾ। ਗਿਆਨ ਤਾਂ ਮਨੁੱਖ ਨੂੰ ਹੁੰਦਾ, ਪਰ ਉਸ ਗਿਆਨ ਅਨੁਸਾਰ ਜੀਵਨ ਜਿਉਣਾ ਔਖਾ ਹੁੰਦਾ, ਅਤੇ ਮਨੁੱਖ ਔਖਾ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ। ਇਹ ਔਖਾ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ, ਇਸ ਕਰਕੇ ਪ੍ਰਾਪਤੀ ਕੋਈ ਨਹੀਂ ਹੁੰਦੀ। ਹੁਣ ਪੜ੍ਹਾਈ ਕਰਨੀ ਹੈ, ਇਹ ਕਿਹੜਾ ਸੌਖਾ ਹੈ? ਇਹ ਕਿਹੜਾ ਸੌਖਾ ਹੈ? ਘੰਟਿਆਂ ਬੱਧੀ ਲੱਗਣਾ ਪੈਂਦਾ ਹੈ, ਤਾਂ ਜਾ ਕੇ ਕਿਤੇ ਚੰਗੇ ਨੰਬਰ ਆਉਂਦੇ ਨੇ। ਕਿਸੇ ਚੀਜ਼ ਦੀ ਪ੍ਰਾਪਤੀ ਲਈ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਹੈ, ਉਹ ਕਰਕੇ ਮਨੁੱਖ ਰਾਜ਼ੀ ਨਹੀਂ। ਜਿਵੇਂ ਪੰਜਾਬ ਦੇ ਮੁੰਡੇ ਪੜ੍ਹ ਕੇ ਰਾਜ਼ੀ ਨਹੀਂ। ਮੇਰੇ ਕੋਲ ਆ ਜਾਣਗੇ ਜੀ, ਕੋਈ ਆਈਲੈਟਸ ਵਾਲੀ ਲੜਕੀ ਮਿਲ ਜਾਏ, ਮੈਂ ਤੂੰ ਕਿੰਨਾ ਪੜ੍ਹਿਆ? ਕਹਿੰਦੇ ਮੈਂ BTech ਕੀਤੀ ਹੈ। ਮੈਂ ਕਿਉਂ? ਤੇਰੀ ਲੱਤਾਂ ਬਾਹਾਂ ਟੁੱਟੀਆਂ, ਤੂੰ ਨਹੀਂ ਆਈਲੈਟਸ ਕਰ ਸਕਦਾ। ਕੋਈ ਜੀ ਮੈਂ 2-3 ਵਾਰੀ ਯਤਨ ਕੀਤਾ, ਨੰਬਰ ਹੀ ਨਹੀਂ ਆਉਂਦੇ। ਆਉਂਦੇ ਹੀ ਕੱਖ ਨਹੀਂ, ਨੰਬਰ ਕੀ ਆਉਣਗੇ? ਕੁੜੀਆਂ ਦੇ ਕਿਵੇਂ ਆ ਗਏ ਵੀ ਉਹ ਕੋਈ ਅਸਮਾਨ ਉੱਡ ਗਈਆਂ ਹੋਈਆਂ ਹਨ। ਉਹ ਅਜੇ ਘੱਟ ਅਵਾਰਾ ਗਰਦ ਹਨ, ਉਹ ਤਾਂ ਉਹ ਵੀ ਰਹੀਆਂ ਨੇ ਹੁਣ। ਉਹ ਮੁੰਡਿਆਂ ਨਾਲ ਅਜੇ ਵੀ ਘੱਟ ਅਵਾਰਾ ਗਰਦ ਹਨ, ਇਸ ਲਈ ਉਹ ਪੜ ਜਾਂਦੀਆਂ ਨੇ। ਕੁੜੀਆਂ 'ਤੇ ਮੌਜ ਹੋ ਗਈ ਸਗੋਂ। ਪਹਿਲਾਂ ਕੁੜੀ ਵਾਲੇ ਦਾਜ ਦਿੰਦੇ ਸੀ ਮੁੰਡੇ ਵਾਲੇ ਵਿਆਹ 'ਚ, ਹੁਣ ਮੁੰਡੇ ਵਾਲੇ 15-16 ਲੱਖ ਦਿੰਦੇ ਨੇ। ਕੱਖ ਨਹੀਂ। ਜਿਹਨੂੰ 4 ਸਾਲ ਕਾਲਜ ਦੇ ਚਲਾ ਕੇ ਕਾਲਜ ਦੇ ਸਪੈਲਿੰਗ ਹੀ ਨਹੀਂ ਆਉਂਦੇ, ਉਹ ਕਿਆ ਰੰਗ ਲਾਏਗਾ ਵੀ ਹੈ? ਉਹ ਕੀ ਰੰਗ ਲਾਏਗਾ? ਉਹ ਕੀ ਰੰਗ ਲਾਏਗਾ? ਜਿਵੇਂ ਇੱਕ ਸਕੂਲ 'ਚ ਬੱਚਾ ਨਾ ਸਰਟੀਫਿਕੇਟ ਕਟਾ ਲਿਆ 12 ਜਨਵਰੀ ਅਤੇ ਇੰਨੇ ਸਨ ਸੀ ਅੱਗੇ, ਉਹ ਲੈ ਮੇਰੇ ਕੋਲ। ਮੈਂ ਕਾਕਾ ਇਹ ਜਿਹੜੀ ਤੇਰੀ ਨਾ ਜਨਮ ਮਿਤੀ, ਇਹਦੇ ਸਪੈਲਿੰਗ ਗਲਤ ਨੇ। ਟੀਚਰ ਤਾਂ ਠੀਕ ਰੱਖ ਲਿਆ। ਉਹ ਚਲੇ ਗਿਆ ਜੀ, ਵੀ ਸਰ ਜੀ ਐਂ ਕਹਿੰਦੇ। ਉਹਨੂੰ ਦੇਖਿਆ, ਨਹੀਂ ਕਹਿੰਦੇ ਠੀਕ ਨੇ। ਉਹ ਫਿਰ ਮੇਰੇ ਕੋਲ ਆ ਗਿਆ। ਮੈਂ ਨਾ ਕਾਕਾ ਇਹ ਸਪੈਲਿੰਗ ਗਲਤ ਨੇ, ਠੀਕ ਕਰਾ ਕੇ ਲਿਆ। ਉਹ ਕਹਿੰਦਾ ਵੀ ਕਿਸ ਟੀਚਰ ਨੇ ਤੈਨੂੰ ਕਿਹਾ? ਉਹਨੇ ਮੇਰਾ ਨਾਂ ਲੈਤਾ। ਫਿਰ ਉਹਨੇ ਦੇਖੇ ਵੀ ਤਾਂ ਬਹੁਤ ਜਿਹੜਾ ਹੈ ਐਕਸਪੀਰੀਅੰਸਡ ਬੰਦਾ ਹੈ, ਗੱਲ ਕੋਈ ਹੋਵੇਗੀ। ਉਹ ਆਪ ਚੱਲ ਕੇ ਆ ਗਿਆ। ਕਹਿੰਦੀ ਤੂੰ 2 ਵਾਰੀ ਤੁਸੀਂ ਭੇਜਿਆ। ਮੈਂ ਭਾਈ ਤੇਰੇ 12th ਦੇ ਸਪੈਲਿੰਗ ਨਹੀਂ ਠੀਕ ਹੈਗੇ। ਕਹਿੰਦੇ ਕੀ ਗਲਤੀ ਹੈ? ਮੈਂ L ਨਾਲ ਨਹੀਂ ਹੁੰਦਾ, F ਨਾਲ ਹੁੰਦਾ। 12th F ਨਾਲ ਪਵੇਗਾ। ਡਿਕਸ਼ਨਰੀ ਮੇਰੇ ਕੋਲ ਸੀ, ਮੈਨੂੰ ਡਿਕਸ਼ਨਰੀ ਵਿਖਾਈ। ਕਹਿ ਲਓ ਜੀ ਪਤਾ ਹੀ ਨਹੀਂ ਕਿੰਨੇ ਸਰਟੀਫਿਕੇਟ ਕੱਢਤੇ, 12th ਦੇ ਸਪੈਲਿੰਗ ਹੀ ਅੱਜ ਪਤਾ ਲੱਗੇ। ਨਹੀਂ ਲੱਗਦਾ। ਬਹੁਤਿਆਂ ਨੂੰ 40 ਰੁਪੀਜ਼ ਲਓ, ਇੰਗਲਿਸ਼ ਨਹੀਂ ਲਿਖਣ ਹੁੰਦਾ। BA ਵਾਲੇ ਕਿੰਨੇ ਨੇ, ਉਹਨਾਂ ਨੂੰ 40 ਇੰਗਲਿਸ਼ ਲਿਖਣਾ ਹੁੰਦਾ। ਉਹ ਪਹਿਲਾਂ 4 ਪਾਉਣਗੇ FOUR, ਫਿਰ TY ਪਾਉਣਗੇ। ਉਹ ਪਾਉਣਗੇ 40। ਮੈਂ ਨਹੀਂ ਭਰਾਵਾ 14 ਪਾਉਣਾ ਹੋਵੇ ਫਿਰ ਠੀਕ ਹੈ, FOURTEN। 40 ਦੇ ਵਿੱਚ U ਕੱਟ ਜਾਂਦਾ, FORTY ਇਕੱਲਾ ਹੁੰਦਾ। 40,000 ਰੁਪੀਜ਼, 40 ਰੁਪੀਜ਼। ਕਦੇ ਉਸ ਤਾਂ ਕਦੇ ਖਿਆਲ ਹੀ ਨਹੀਂ ਕੀਤਾ ਇਹੀ ਲਿਖੀ ਗਿਆ ਜੀ। ਕਈ ਵਾਰੀ ਬੰਦਾ ਖਿਆਲ ਹੀ ਨਹੀਂ ਕਰਦਾ, ਮਿਹਨਤ ਹੀ ਨਹੀਂ ਕਰਦਾ ਹੈਗਾ, ਬਸ ਡੰਗ ਜਿਹਾ ਸਾਰੀ ਜਾਂਦਾ। ਸਾਰੀ ਜੋ ਡੰਗ ਜਿਹਾ ਸਾਰੀ, ਡੰਗ ਸਾਰਨ ਨਾਲ ਨਹੀਂ ਗੱਲ ਬਣਦੀ ਹੁੰਦੀ, ਮਿਹਨਤ ਦੀ ਲੋੜ ਹੁੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਵਾਰ।
ਸੋ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਫਿਰ ਅੰਦਰੋਂ ਜਿਹੜਾ ਹੈ ਮੋਹ ਦਾ ਜਿਹਾ ਕੁੱਪ ਹਨੇਰਾ ਉਹ ਖਤਮ ਹੋ ਜਾਂਦਾ ਹੈ। ਸ਼ਬਦ ਮਰੈ ਤਾਂ ਉਧਰੈ ਪਾਏ ਮੋਖ ਦੁਆਰ। ਜਿਹੜਾ ਫਿਰ ਸ਼ਬਦ ਦੇ ਨਾਲ ਮਰ ਜਾਏ, ਅੰਦਰੋਂ ਹਉਮੈ ਖਤਮ ਕਰ ਲੈਂਦਾ ਹੈ, ਉਧਰੈ ਉਹ ਫਿਰ ਇਹ ਮੋਹ ਮਾਇਆ ਤੋਂ ਬਚ ਜਾਂਦਾ ਹੈ। ਪਾਏ ਮੋਖ ਦੁਆਰ, ਅਤੇ ਉਹਨੂੰ ਮੁਕਤੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਗੁਰ ਪ੍ਰਸਾਦੀ ਮਿਲ ਰਹਿ ਸੱਚ ਨਾਮ ਕਰਤਾਰ। ਉਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਅਤੇ ਪਰਮਾਤਮਾ ਨਾਲ ਮਿਲ ਕੇ ਰਹਿੰਦਾ ਹੈ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਰਾਹੀਂ ਉਹ ਪਰਮਾਤਮਾ ਨਾਲ ਮਿਲ ਜਾਂਦਾ ਹੈ। ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੈ ਉਪਾਏ। ਦੂਜੇ ਭਾਏ ਦੁੱਖ ਲਾਇੰਦਾ ਈੜੀ ਤੇ ਬਿੰਦੀ ਜਾਂ ਟਿੱਪੀ ਲਾ ਕੇ ਪੜ੍ਹਨਾ ਲਾਇੰਦਾ। ਦੂਜੇ ਭਾਏ ਦੁੱਖ ਲਾਇੰਦਾ ਬਹੁਤੀ ਦੇ ਸਜਾਏ। ਸਜਾਏ ਨਹੀਂ ਪੜ੍ਹਨਾ, ਸਜਾ ਹੁੰਦਾ ਹੈ ਕਿ ਕਮਰੇ ਨੂੰ ਸਜਾਉਣਾ। ਉਹ ਕਮਰਾ ਸਜਾ ਰਿਹਾ ਹੈ, ਡੈਕੋਰੇਟ ਕਰ ਰਿਹਾ। ਜੱਜੇ ਦੇ ਪੈਰ 'ਚ ਬਿੰਦੀ ਲਾ ਦੀ, ਫਿਰ ਸਜ਼ਾ ਹੁੰਦੀ ਹੈ। ਫਲਾਣੇ ਬੰਦੇ ਨੂੰ ਜੱਜ ਨੇ 2 ਸਾਲ ਦੀ ਸਜ਼ਾ ਕਰਤੀ ਹੈ। ਇਹ ਸਜ਼ਾਏ ਹੈ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਦੂਜੇ ਭਾਏ ਦੁੱਖ ਲਾਇੰਦਾ ਬਹੁਤੀ ਦੇ ਸਜ਼ਾਏ। ਨਾਨਕ ਨਾਮ ਲੱਗੇ ਸੇ ਉਭਰੇ ਹਉਮੈ ਸ਼ਬਦ ਗਵਾਏ। ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਪਾਏ। ਇਹ ਮਨ ਬਹੁਤ ਤਾਕਤਵਰ ਹੈ। ਸਬਲ ਤਾਕਤਵਰ ਨੂੰ ਕਹਿੰਦੇ। ਇਹ ਮਾਇਆ ਦਾ ਮੋਹ ਕਿਸੇ ਤਰੀਕੇ ਨਾਲ ਛੱਡਦਾ ਨਹੀਂ ਹੈਗਾ। ਸੰਸਾਰਿਕ ਕਿਸੇ ਤਰੀਕੇ ਨਾਲ ਵੀ ਮਨ ਮਾਇਆ ਦਾ ਮੋਹ ਨਹੀਂ ਛੱਡਦਾ। ਸਾਡੇ 'ਚ ਇਹਦੀ ਤਾਕਤ ਨਹੀਂ ਵੀ ਅਸੀਂ ਇਸ ਤੋਂ ਮੋਹ ਛਡਾ ਦਈਏ। ਫਿਰ ਕਿਵੇਂ ਹੋਊਗਾ? ਦੂਜੇ ਭਾਏ ਦੁੱਖ ਲਾਇੰਦਾ। ਇਹ ਮਨ ਕੀ ਕਰਦਾ ਹੈ? ਮਾਇਆ ਨਾਲ ਸਾਡਾ ਪਿਆਰ ਪਾ ਦਿੰਦਾ ਹੈ, ਦੁੱਖ ਲਾਇੰਦਾ, ਫਿਰ ਸਾਨੂੰ ਦੁੱਖ ਦਿੰਦਾ ਹੈ। ਬਹੁਤੀ ਦੇ ਸਜ਼ਾਏ, ਅਤੇ ਸਜ਼ਾ ਵੀ ਬਹੁਤ ਮਿਲਦੀ ਹੈ ਕਿ ਉਹ ਮਾਇਆ ਵਾਲੇ ਪਾਸੇ ਲਾਤਾ। ਫਿਰ ਬੰਦਾ ਮਾਇਆ ਦੀ ਖਾਤਰ ਪੁੱਠੇ ਸਿੱਧੇ ਕੰਮ ਕਰਦਾ ਅਤੇ ਦੁੱਖ ਪਾਉਂਦਾ, ਸਜ਼ਾ ਭੋਗਦਾ ਹੈ। ਕਿਉਂਕਿ ਪਹਿਲਾਂ ਜਦੋਂ ਜੇਲ੍ਹ ਦੇ ਉੱਥੇ ਕੁਆਟਰਾਂ 'ਚ ਬਹੁਤੇ ਰਹਿੰਦੇ ਆਪਣੇ ਕਰਮਚਾਰੀ, ਉਹ ਜਾਂਦੇ ਰਹਿਣਾ ਸੀ ਅਖੰਡ ਪਾਠਾਂ ਦੇ ਪ੍ਰੋਗਰਾਮ, ਜਾਂਦੇ ਰਹਿਣਾ। ਹੌਲੀ ਹੌਲੀ ਉਹਨਾਂ ਗੱਲਾਂ ਬਾਤਾਂ ਕਰਦੇ ਹਾਂ। ਫਿਰ ਮੈਂ ਦੇਖਿਆ ਵੀ ਅੰਦਰ ਕਿਸ ਪ੍ਰਕਾਰ ਦੇ ਲੋਕ ਨੇ ਜੇਲ੍ਹ 'ਚ। ਬਹੁਤੇ 3 ਪ੍ਰਕਾਰ ਦੇ ਲੋਕ ਨੇ। ਇੱਕ ਹਰਾਮ ਦੀ ਕਮਾਈ ਵਾਲੇ, ਉਹ ਫੜੇ ਗਏ। ਦੂਜੇ ਜਿਹੜੇ ਸਨ ਨਸ਼ੇ ਵੇਚਣ ਵਾਲੇ, ਨਸ਼ੇ ਕਰਨ ਵਾਲੇ, ਉਹ ਨੇ ਅੰਦਰ। ਤੀਜੇ ਬਲਾਤਕਾਰੀਏ ਨੇ। ਇਹ ਬਹੁਤੇ ਇਹ ਨੇ। ਦੂਜੇ ਲੋਕ ਘੱਟ ਨੇ। ਇਸ ਲਈ ਜਿਹੜਾ ਇਹ ਮਨ ਹੈ ਨਾ, ਇਹ ਫਿਰ ਇਸ ਪਾਸੇ ਮਨੁੱਖ ਨੂੰ ਲਾ ਕੇ ਮਾੜੇ ਪਾਸੇ ਦੁੱਖ ਦਿੰਦਾ ਹੈ, ਸਜ਼ਾ ਦਿਲਾਉਂਦਾ ਹੈ। ਹੁਣ ਬਚਿਆ ਕਿਵੇਂ ਜਾ ਸਕਦਾ ਹੈ? ਨਾਨਕ ਨਾਮ ਲੱਗੇ ਸੇ ਉਭਰੇ। ਜਿਹੜੇ ਨਾਮ ਨਾਲ ਜੁੜ ਗਏ ਉਹ ਗਏ ਬਚ, ਉਹ ਬਚ ਗਏ। ਹਉਮੈ ਸ਼ਬਦ ਗਵਾਏ। ਕਿਉਂਕਿ ਉਹਨਾਂ ਨੇ ਸ਼ਬਦ ਦੇ ਨਾਲ, ਗੁਰਮੰਤਰ ਦੇ ਨਾਲ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ। ਗੁਰੂ ਦੀ ਕਿਰਪਾ ਹੋ ਗਈ, ਉਹ ਨਾਮ ਜਪੀ ਗਏ, ਅੰਦਰੋਂ ਹਉਮੈ ਖਤਮ ਹੋ ਗਈ। ਸ਼੍ਰੀ ਰਾਗ ਮਹਿਲਾ ਤੀਜਾ। ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਦ੍ਰਿੜਾਏ। ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ ਦਰਗਾਹ ਮਿਲੇ ਸਜ਼ਾਏ। ਦਰਗਾਹ ਅਤੇ ਸਜ਼ਾ ਇਹ ਦੋਨੋਂ ਫਾਰਸੀ ਦੇ ਸ਼ਬਦ ਨੇ। ਇਹਨੂੰ ਪੜ੍ਹਨਾ ਦਰਗਾਹ। ਫਾਰਸੀ ਦੇ ਵਿੱਚ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਉਹਨੂੰ ਕੰਨਾ ਲਾ ਕੇ ਬੋਲਿਆ ਜਾਂਦਾ।
ਹਿੰਦੀ ਪੰਜਾਬੀ ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਉਹਨੂੰ ਦਲਾਵਾਂ ਲਾ ਕੇ ਬੋਲਿਆ ਜਾਂਦਾ ਹੈ। ਹਿੰਦੀ ਪੰਜਾਬੀ ਦੇ ਵਿੱਚ ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਮੁਕਤੇ ਅੱਖਰ 'ਤੇ ਦੁਲਾਵਾਂ ਲੱਗਦੀਆਂ ਹਨ। ਜੇ ਇਹ ਦਰਗਾਹ ਸ਼ਬਦ ਹਿੰਦੀ ਜਾਂ ਪੰਜਾਬੀ ਦਾ ਹੁੰਦਾ ਫਿਰ ਆਪਾਂ ਪੜ੍ਹਦੇ ਦਰਗਹਿ, ਪਰ ਇਹ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਦਾ ਨਿਯਮ ਹੈ ਕਿ ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਬੋਲਣ ਵਿੱਚ ਉਹਨੂੰ ਕੰਨਾ ਲੱਗਦਾ ਦਰਗਾਹ। ਜੇ ਉੱਪਰ ਨੰਨਾ ਹਾਹਾ ਆਇਆ ਸੀ ਉਹ ਫਾਰਸੀ ਦਾ ਹੋਣ ਕਰਕੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਨੰਨਾ, ਉਹਨੂੰ ਕੰਨਾ ਨਾਲ ਬੋਲਣਾ ਨਾ। ਇਸੇ ਤਰ੍ਹਾਂ ਦਰਗਾਹ ਅਤੇ ਸਜ਼ਾਏ ਬੋਲਣਾ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ। ਕਿਰਪਾ ਕਰੇ ਗੁਰ ਪਾਈਏ, ਕਹਿੰਦੇ ਪਰਮਾਤਮਾ ਕਿਰਪਾ ਕਰਨ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜੋ ਗੁਰੂ ਦੀ ਪ੍ਰਾਪਤੀ ਨੇ ਹਰ ਨਾਮੋਂ ਦੇ ਦ੍ਰਿੜਾਏ, ਫਿਰ ਗੁਰੂ ਸਾਡੇ ਅੰਦਰ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰ ਦਿੰਦਾ, ਪੱਕਿਆਂ ਕਰ ਦਿੰਦਾ। ਫਿਰ ਬੰਦਾ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ। ਕਿਉਂਕਿ ਗੁਰੂ ਜਦ ਮਿਲਦਾ ਹੈ ਫਿਰ ਬੰਦਾ ਗੁਰੂ ਦੀ ਸੰਗਤ ਕਰਦਾ। ਜਿਹੋ ਜਿਹੀ ਦੀ ਸੰਗਤ ਕਰੋਗੇ ਫਿਰ ਉਹੋ ਜਿਹੀ ਕਰਮ ਕਰੋਗੇ ਨਾ। ਜਿਹੋ ਜਿਹੀ ਦੀ ਸੰਗਤ ਕਰਾਂਗੇ ਕਰਮ ਫਿਰ ਉਹਦੇ ਅਨੁਸਾਰ ਹੀ ਕਰਾਂਗੇ। ਅਤੇ ਗੁਰੂ ਮਹਾਰਾਜ ਦਾ ਕੰਮ ਹੈ ਨਾਮ ਜਪਣਾ ਅਤੇ ਜਪਾਉਣਾ। ਉਹਨਾਂ ਦੀ ਸੰਗਤ ਕਰਦਾ ਕਰਦਾ ਬੰਦਾ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ। ਸੋ ਕਹਿੰਦੇ ਕਿਰਪਾ ਕਰੇ ਗੁਰ ਪਾਈਏ, ਹਰ ਨਾਮੋਂ ਦੇ ਦ੍ਰਿੜਾਏ। ਜੇ ਪਰਮਾਤਮਾ ਕਿਰਪਾ ਕਰੇ ਤਾਂ ਫਿਰ ਗੁਰੂ ਮਿਲਦਾ ਹੈ ਅਤੇ ਗੁਰੂ ਜਿਹੜਾ ਮਨੁੱਖ ਦੇ ਅੰਦਰ ਨਾਮ ਪੱਕਿਆਂ ਕਰ ਦਿੰਦਾ। ਬਿਨ ਗੁਰ ਕਿਨੇ ਨਾ ਪਾਇਓ, ਬਿਰਥਾ ਜਨਮ ਗਵਾਏ। ਇਹ ਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਨਾਮ ਨਹੀਂ ਮਿਲਿਆ ਅੱਜ ਤੱਕ, ਅਤੇ ਜਿਹਨੂੰ ਨਾਮ ਨਹੀਂ ਮਿਲਿਆ ਬਿਰਥਾ ਜਨਮ ਗਵਾਏ। ਸਮਝੋ ਤਾਂ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਕੇ ਚਲਾ ਜਾਏਗਾ। ਧਰਮ ਇਹ ਕਹਿੰਦਾ ਜੇ ਤੁਸੀਂ ਨਾਮ ਨਹੀਂ ਨਾ ਜਪਦੇ, ਜੋ ਮਰਜ਼ੀ ਹੋਰ ਪਏ ਕਰੋ, ਪਰਮਾਤਮਾ ਦੀ ਦਰਗਾਹ 'ਚ ਹੋਰ ਕਰਮ ਪ੍ਰਵਾਨ ਹੀ ਨਹੀਂ ਹੁੰਦੇ। ਉੱਥੇ ਸਿਰਫ ਅਤੇ ਸਿਰਫ ਨਾਮ ਜਪਣ ਵਾਲੇ ਦੀ ਕੀਮਤ ਹੁੰਦੀ ਹੈ। ਬਾਕੀਆਂ ਨੂੰ ਕੋਈ ਨਹੀਂ, ਬਾਕੀਆਂ ਨੂੰ ਦੁਰਕਾਰ ਦਿੰਦਾ ਜਪ ਜੋ ਕਹਿੰਦਾ। ਜਿਸ ਕੰਮ ਤੁਸੀਂ ਭੇਜਿਆ ਸੀ ਤੁਹਾਨੂੰ ਉਹ ਤੁਸੀਂ ਕਰਕੇ ਹੀ ਨਹੀਂ ਆਏ। ਜਿਸ ਕੰਮ ਨੂੰ ਮੰਨ ਲਓ ਤੁਸੀਂ ਆਪਣੇ ਬੱਚੇ ਨੂੰ ਕਿਸੇ ਕੰਮ ਭੇਜ ਦਿਓ, ਉਹ ਕੰਮ ਹੀ ਨਹੀਂ ਕਰਕੇ ਆਉਂਦਾ ਤਾਂ ਫਿਰ ਤੁਹਾਡੇ ਤੋਂ ਝਿੜਕਾਂ ਹੀ ਖਾਏਗਾ। ਪਰਮਾਤਮਾ ਨੇ ਧਰਮ ਕਹਿੰਦਾ ਪਰਮਾਤਮਾ ਨੇ ਸਾਨੂੰ ਨਾਮ ਜਪਣ ਲਈ ਭੇਜਿਆ, ਇਸ ਲਈ ਅਸੀਂ ਨਾਮ ਜਪ ਕੇ ਸੰਸਾਰ ਤੋਂ ਜਾਣਾ। ਨਹੀਂ ਤਾਂ ਸਮਝੋ ਬਿਰਥਾ ਜਨਮ ਗਵਾ, ਮਨੁੱਖ ਵਿਅਰਥ ਜਨਮ ਗਵਾ ਕੇ ਚਲੇ ਜਾਂਦਾ ਹੈ। ਮਨਮੁਖ ਕਰਮ ਕਮਾਵਣੇ। ਹੁਣ ਗੁਰੂ ਵਾਲਾ ਹੋਇਆ ਨਹੀਂ, ਗੁਰੂ ਦੇ ਆਖੇ ਲੱਗਦਾ ਨਹੀਂ, ਇਸ ਫਿਰ ਮਨਮੁਖਾਂ ਵਾਲੇ ਕਰਮ ਕਰਦਾ। ਜੋ ਮਨ 'ਚ ਆਇਆ ਉਹ ਕਰੀ ਜਾਣਾ ਹੈ। ਕਿਉਂਕਿ ਦਿਮਾਗ ਤੋਂ ਕੰਮ ਲੈਣ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ। 80% ਲੋਕ ਤਾਂ ਜਿਵੇਂ ਮਨ ਕਹਿੰਦੇ ਉਵੇਂ ਹੀ ਕਰਦੇ ਨੇ। ਦਿਮਾਗ ਦੀ ਵਰਤੋਂ ਤਾਂ ਬਹੁਤ ਘੱਟ ਲੋਕ ਕਰਦੇ। ਜਿਹੜੇ ਦਿਮਾਗ ਦੀ ਵਰਤੋਂ ਕਰਦੇ ਨੇ ਉਹ ਕੰਮ ਕਰਨ ਤੋਂ ਪਹਿਲਾਂ ਸੋਚਦੇ ਨੇ ਕਿ ਜਿਹੜਾ ਮੈਂ ਕੰਮ ਕਰਨ ਲੱਗਾ ਇਹਦਾ ਨਤੀਜਾ ਠੀਕ ਨਿਕਲੇਗਾ ਕਿ ਗਲਤ ਨਿਕਲੇਗਾ। ਉਹਨੂੰ ਪਤਾ ਹੁੰਦਾ। ਹੁਣ ਮੰਨ ਲਓ ਮੈਂ ਚੋਰੀ ਕਰਨ ਲੱਗਾ, ਚੋਰੀ ਕਰਨ ਤੋਂ ਪਹਿਲਾਂ ਮੈਂ ਦਿਮਾਗ ਤੋਂ ਕੰਮ ਲੈਣਾ ਵੀ ਕੀ ਮੈਨੂੰ ਚੋਰੀ ਕਰਨੀ ਚਾਹੀਦੀ ਹੈ। ਦਿਮਾਗ ਕਹੇਗਾ ਨਹੀਂ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਪਹਿਲੀ ਵਾਲੇ ਬੱਚੇ ਨੂੰ ਵੀ ਤੁਸੀਂ ਪੁੱਛ ਲਓ ਵੀ ਕਾਕਾ ਕੀ ਚੋਰੀ ਕਰਨੀ ਚਾਹੀਦੀ ਹੈ? ਉਹ ਕਹੇ ਨਾ ਜੀ ਸਰ ਜੀ ਮੈਡਮ ਜੀ ਚੋਰੀ ਨਹੀਂ ਕਰਨੀ ਚਾਹੀਦੀ। ਵੱਡਾ ਹੋ ਕੇ ਆਪ ਹੀ ਚੋਰੀਆਂ ਕਰ ਰਿਹਾ ਹੁੰਦਾ। ਕਿਉਂ? ਵੱਡਾ ਹੋ ਕੇ ਫਿਰ ਦਿਮਾਗ ਤੋਂ ਕੰਮ ਨਹੀਂ ਲੈਂਦਾ, ਮਨ ਤੋਂ ਲੈਂਦਾ। ਅਤੇ ਮਨ ਕਹਿੰਦਾ ਕਿਹੜਾ ਪੁੱਛਦਾ, ਲੈ ਕੀ ਹੁੰਦਾ, ਉਹ ਫਲਾਣੇ ਨੂੰ ਕੀ ਹੋ ਗਿਆ। ਉਹ ਭੈੜਿਆਂ ਦੀ ਉਦਾਹਰਨਾਂ ਦੇ ਦੇ ਕੇ ਆਪਣੇ ਮਨ ਦੀ ਤਸੱਲੀ ਕਰਦਾ, ਪਰ ਉਹਦੀ ਪਤਾ ਲੱਜ ਫੜਿਆ ਜਾਂਦਾ ਹੈ। ਇਸ ਲਈ ਮੈਂ ਦੇਖਿਆ ਬਹੁਤ ਹੀ ਘੱਟ ਲੋਕ ਨੇ ਜਿਹੜੇ ਕੰਮ ਕਰਨ ਵੇਲੇ ਦਿਮਾਗ ਤੋਂ ਕੰਮ ਲੈਂਦੇ ਨੇ। ਨਹੀਂ ਤਾਂ ਬਸ ਜਿਵੇਂ ਮਨ ਨੇ ਕਹਿਤਾ ਉਵੇਂ ਕਰਤਾ। ਉਹਨੂੰ ਕਿ ਮਨਮੁਖ ਕਰਮ ਕਮਾਵਣੇ। ਮਨ ਦੇ ਆਖੇ ਲੱਗ ਕੇ ਜਦੋਂ ਮਨੁੱਖ ਕਰਮ ਕਰਦਾ ਨਾ
ਉਹਨਾਂ ਕਰਮਾਂ ਦੇ ਕਾਰਨ ਦਰਗਾਹ ਮਿਲੈ ਸਜ਼ਾਏ, ਦਰਗਾਹ 'ਚ ਫਿਰ ਸਜ਼ਾ ਮਿਲਦੀ ਹੈ ਕਿ ਤੂੰ ਗੁਰੂ ਦੇ ਆਖੇ ਲਾ ਕੇ ਕਰਮ ਨਹੀਂ ਕੀਤੇ, ਆਪਣੀ ਮਰਜ਼ੀ ਕੀਤੀ ਹੈ। ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹੋ। ਮਨ ਰੇ, ਹੇ ਮਨਾ, ਦੂਜਾ ਭਾਉ ਚੁਕਾਏ। ਦੂਜਾ ਭਾਉ ਨਾ ਮਾਇਆ ਨਾਲ ਪਿਆਰ। ਮਾਇਆ ਨਾਲ ਜਿਹੜਾ ਤੇਰਾ ਪਿਆਰ ਨਾ ਚੁਕਾਇਆ ਹੁੰਦਾ, ਖਤਮ ਕਰ ਦੇਣਾ, ਇਹਨੂੰ ਅੰਦਰੋਂ ਖਤਮ ਕਰ ਦੇ। ਮਾਇਆ ਕਮਾਉਣਾ ਹੋਰ ਗੱਲ ਹੈ, ਮਾਇਆ ਨੂੰ ਪਿਆਰ ਕਰਨਾ, ਮੋਹ ਕਰਨਾ ਹੋਰ ਗੱਲ ਹੈ। ਇਸ 'ਚ ਦੋਨਾਂ ਚੀਜ਼ਾਂ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰੂ ਨਾਨਕ ਦੇਵ ਜੀ ਨੇ ਮਾਇਆ ਕਮਾਉਣ ਤੋਂ ਮਨਾ ਨਹੀਂ ਕੀਤਾ, ਸਗੋਂ ਉਹਨਾਂ ਤੇ ਕਿ ਕਿਰਤ ਕਰੋ, ਅਤੇ ਕੰਮ ਕਰਨ ਨਾਲ ਮਾਇਆ ਮਿਲੇਗੀ ਨਾ। ਇਹ ਤਾਂ ਹਰ ਇੱਕ ਨੂੰ ਪਤਾ ਹੈ ਵੀ ਪੈਸੇ ਦੇ ਬਿਨਾਂ ਜੀਵਨ ਨਹੀਂ ਜਿਵੇਂ ਜਾ ਸਕਦਾ। ਜੀਵਨ ਜਿਉਣ ਲਈ ਪੈਸੇ ਦੀ ਲੋੜ ਹੈ। ਜੇ ਕਹਿੰਦੇ ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ। ਭੁੱਖੇ ਨੂੰ ਕਿਸੇ ਪੁੱਛਿਆ ਤੇਰਾ ਧਰਮ ਕੀ ਹੈ, ਕਹਿੰਦੇ ਰੋਟੀ, ਰੋਟੀ ਹੈ। ਇਸ ਲਈ ਗੁਰੂ ਮਹਾਰਾਜ ਪਹਿਲਾਂ ਨਹੀਂ ਕਿਹਾ ਨਾਮ ਜਪੋ, ਨਹੀਂ, ਉਹਨਾਂ ਨੂੰ ਪਤਾ ਸੀ ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਬਈ ਭੁੱਖੇ ਬੰਦੇ ਨੇ ਨਾਮ ਨਹੀਂ ਜਪ ਸਕਣਾ, ਤਾਂ ਉਹਨੇ ਕਿਹਾ ਸੀ ਕਿਰਤ ਕਰੋ। ਜਦੋਂ ਮਨੁੱਖ ਕਿਰਤ ਕਰੇਗਾ, ਇਹਦੇ ਕੋਲ ਪੈਸਾ ਹੋਏਗਾ, ਆਪਣਾ ਅਤੇ ਆਪਣੇ ਪਰਿਵਾਰ ਨੂੰ ਪਾਲੇਗਾ। ਫਿਰ ਜਿਹੜਾ ਉਹਨੂੰ ਕਿਹਾ ਨਾਮ ਜਪ, ਫਿਰ ਉਹ ਨਾਮ ਜਪੇਗਾ। ਫਿਰ ਤੀਜਾ ਕਿਹਾ ਹੈ ਕਿ ਜਿਹੜਾ ਹੈ, ਕਿਉਂਕਿ ਇਹ ਸੰਸਾਰ ਹੈ, ਸੰਸਾਰ 'ਚ ਸਾਰੇ ਲੋਕ ਆਰਥਿਕ ਤੌਰ 'ਤੇ ਇੱਕੋ ਜਿਹੇ ਨਹੀਂ ਹੁੰਦੇ। ਧਰਮ ਤਾਂ ਕਹਿੰਦਾ ਜੇ ਤੁਸੀਂ ਗਰੀਬ ਹੋ ਤਾਂ ਆਪਣੇ ਕਰਮਾਂ ਕਾਰਨ ਗਰੀਬ ਹੋ। ਤੁਸੀਂ ਕਰਮ ਹੀ ਐਸੇ ਕੀਤੇ ਜਿਸ ਕਾਰਨ ਤੁਹਾਡੇ ਭਾਗਾਂ 'ਚ ਗਰੀਬੀ ਲਿਖੀ ਗਈ ਹੈ, ਅਤੇ ਹੁਣ ਵੀ ਤੁਸੀਂ ਐਸੇ ਹੀ ਕਰਮ ਕਰ ਰਹੇ ਹੋ ਜਿਸ ਨਾਲ ਤੁਸੀਂ ਗਰੀਬ ਹੋ ਜਾਵੋ। ਜਿਹੜਾ ਤਰਕਸ਼ੀਲ ਬੰਦਾ ਹੈ ਉਹ ਕਹਿੰਦਾ ਨਹੀਂ ਨਹੀਂ, ਇਹ ਤਾਂ ਸਰਕਾਰਾਂ ਦਾ, ਲੋਕਾਂ ਦਾ, ਇਹ ਬੇਇਨਸਾਫੀ ਹੋਣ ਕਰਕੇ ਕੋਈ ਅਮੀਰ ਹੋ ਗਿਆ, ਕੋਈ ਗਰੀਬ ਹੋ ਗਿਆ। ਨਹੀਂ, ਅਮੀਰੀ ਗਰੀਬੀ ਸਦੀਆਂ ਤੋਂ ਚੱਲੀ ਆ ਰਹੀ ਔਰ ਸਾਰੇ ਦੇਸ਼ਾਂ 'ਚ ਚੱਲ ਰਹੀ ਹੈ। ਇਹ ਨਹੀਂ ਵੀ ਇਕੱਲੇ ਇੱਕ ਦੇਸ਼ 'ਚ, ਸਾਰੇ ਦੇਸ਼ਾਂ 'ਚ ਅਮੀਰੀ ਗਰੀਬੀ ਚੱਲ ਰਹੀ। ਵੀ ਜਿਸ ਕੋਲੇ ਮਾਇਆ ਹੈ, ਅਜਿਹਾ ਨਾ ਹੋਵੇ ਕਿ ਉਹਦਾ ਆਂਢੀ ਗੁਆਂਢੀ ਵਿਚਾਰਾ ਭੁੱਖਾ ਸੌਂ ਰਿਹਾ ਹੋਵੇ। ਇਸ ਲਈ ਸਿੱਖ ਨੂੰ ਹੁਕਮ ਹੈ, ਭਾਈ ਤੂੰ ਲੋੜਵੰਦ ਦੀ ਆਪਣੀ ਸਮਰੱਥਾ ਅਨੁਸਾਰ ਸਹਾਇਤਾ ਕਰਨੀ ਹੈ। ਜਿੰਨੀ ਕਿ ਤੇਰੀ ਸਮਰੱਥਾ ਹੈ, ਇੱਕ ਬੰਦੇ ਦੀ ਸਹਾਇਤਾ ਕਰਨੀ, 2 ਦੀ, 4 ਦੀ, ਉਹਦੇ ਅਨੁਸਾਰ ਤੂੰ ਸਹਾਇਤਾ ਕਰਨੀ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਮਨ ਰੇ ਦੂਜਾ ਭਾਉ ਚੁਕਾਏ, ਹੇ ਮਨਾ, ਅੰਦਰੋਂ ਮਾਇਆ ਦਾ ਮੋਹ ਖਤਮ ਕਰ ਦੇ। ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ। ਤੇਰੇ ਅੰਦਰ ਪਰਮਾਤਮਾ ਵਸਦਾ, ਤੂੰ ਕਰ ਗੁਰੂ ਦੀ ਸੇਵਾ, ਫਿਰ ਪਰਮਾਤਮਾ ਤੈਨੂੰ ਸੁੱਖ ਦੇਗਾ, ਫਿਰ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ। ਜਦੋਂ ਮਨੁੱਖ ਸੱਚ ਨਾਲ ਪਿਆਰ ਕਰਦਾ ਹੈ, ਪਰਮਾਤਮਾ ਨੂੰ ਪਿਆਰ ਕਰਦਾ ਹੈ, ਫਿਰ ਪਤਾ ਲੱਗਦਾ ਹੈ ਵੀ ਬਾਣੀ ਵੀ ਜਿਹੜੀ ਹੈ ਇਹ ਵੀ ਸੱਚ ਹੈ, ਇਹ ਵੀ ਪਰਮਾਤਮਾ ਦੀ। ਜਿਹੜਾ ਗੁਰੂ ਨੇ ਸ਼ਬਦ ਦਿੱਤਾ ਉਹ ਵੀ ਸੱਚ ਹੈ, ਉਹ ਵੀ ਪਰਮਾਤਮਾ ਦਾ ਹੈ। ਹਰ ਕਾ ਨਾਮ ਮਨ ਵਸੈ। ਫਿਰ ਜਦੋਂ ਸ਼ਬਦ ਦਾ ਜਾਪ ਕਰਦਾ ਮਨੁੱਖ, ਇਹ ਬਾਣੀ ਪੜ੍ਹਦਾ ਹੈ, ਹਰੀ ਦਾ ਨਾਮ ਫਿਰ ਉਹਦੇ ਮਨ 'ਚ ਵਸ ਜਾਂਦਾ ਹੈ। ਹਉਮੈ ਕ੍ਰੋਧ ਨਿਵਾਰ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਅੰਦਰੋਂ ਹਉਮੈ ਅਤੇ ਕ੍ਰੋਧ ਨੂੰ ਦੂਰ ਕਰ ਦਿੰਦਾ, ਨਿਵਾਰਨ ਦੂਰ ਕਰਨਾ। ਜਿਵੇਂ ਦੂਖ ਨਿਵਾਰਨ ਸਾਹਿਬ
ਦੁੱਖ ਨੂੰ ਦੂਰ ਕਰਨ ਵਾਲਾ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ, ਅੰਦਰੋਂ ਹਉਮੈ ਨੂੰ ਖਤਮ ਕਰਦਾ, ਅੰਦਰੋਂ ਕ੍ਰੋਧ ਨੂੰ ਖਤਮ ਕਰਦਾ। ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ। ਫਿਰ ਕੀ ਹੁੰਦਾ, ਜਦੋਂ ਆਪਾਂ ਨਾਮ ਜਪਦੇ ਹਾਂ ਨਾ, ਮਨ ਨਿਰਮਲ ਹੋ ਜਾਂਦਾ, ਫਿਰ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ। ਮੋਖ ਦੁਆਰ, ਮੁਕਤੀ ਦਾ ਦਰ ਭਾਵ ਮੁਕਤੀ। ਨਾਮ ਜਪਣ ਨਾਲ ਮਨ ਨਿਰਮਲ ਹੁੰਦਾ, ਨਿਰਮਲ ਹੋਣ ਨਾਲ ਹੀ ਪਰਮਾਤਮਾ ਮਿਲਦਾ, ਪਰਮਾਤਮਾ ਮਿਲਣ ਨਾਲ ਹੀ ਮੁਕਤੀ ਮਿਲਦੀ ਹੈ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਣੀ, ਜਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹਿ ਸਮਾਏ। ਹਉਮੈ ਵਿੱਚ ਜਗ ਬਿਨਸਦਾ, ਜਿੱਥੇ ਹਉਮੈ ਹੋਏਗੀ ਇਹ ਮਨੁੱਖ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਮਰ ਜੰਮੈ ਆਵੈ ਜਾਏ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ। ਮਨਮੁਖ ਸ਼ਬਦ ਨਾ ਜਾਣ, ਮਨਮੁਖਾਂ ਨੂੰ ਤਾਂ ਇਸ ਨਾਮ ਦਾ ਗਿਆਨ ਹੀ ਨਹੀਂ ਹੁੰਦਾ। ਕਿਉਂ? ਉਹ ਇਸ ਪਾਸੇ ਨੂੰ ਆਉਂਦੇ ਹੀ ਨਹੀਂ। ਮਨਮੁਖ ਇਸ ਪਾਸੇ ਨੂੰ ਆਉਂਦੇ ਹੀ ਨਹੀਂ ਹੈਗੇ, ਇਸ ਲਈ ਉਹਨਾਂ ਨੂੰ ਇਹ ਨਾਮ ਦੀ ਜੋ ਮਹਿਮਾ ਹੈ ਇਹਦਾ ਪਤਾ ਹੀ ਨਹੀਂ ਲੱਗਦਾ। ਨਾਮ ਜਪਦੇ ਨਹੀਂ ਹੈਗੇ, ਜਸਨ ਪਤ ਗਵਾਏ। ਇੱਜ਼ਤ ਗੁਆ ਕੇ ਸੰਸਾਰ ਤੋਂ ਜਾਂਦੇ ਨੇ, ਉਹ ਇੱਜ਼ਤ ਗੁਆ ਕੇ ਜਾਂਦੇ ਨੇ। ਗੁਰ ਸੇਵਾ ਨਾਉ ਪਾਈਏ। ਗੁਰੂ ਦੀ ਸੇਵਾ ਕਰਨ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੱਚੇ ਰਹਿ ਸਮਾਏ, ਫਿਰ ਮਨੁੱਖ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ, ਉਸ ਪਰਮਾਤਮਾ ਦੇ ਵਿੱਚ ਲਗਾ ਰਹਿੰਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਅਣ ਦਿਨ ਭਗਤ ਕਰੇ ਸਦਾ, ਸਾਚੇ ਕੀ ਲਿਵ ਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਸ਼ਬਦ ਮੰਨਿਆ ਗੁਰ ਪਾਈਐ। ਸ਼ਬਦ ਨੂੰ ਮੰਨਣ ਨਾਲ ਹੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮੈਂ ਬਾਣੀ ਨੂੰ ਮੰਨਦਾ ਹੀ ਨਹੀਂ, ਫਿਰ ਮੈਂ ਗੁਰੂ ਧਾਰਨ ਕਰਕੇ ਹੀ ਕਰਾਂਗਾ, ਮੈਂ ਗੁਰੂ ਨਹੀਂ ਧਾਰਨ ਕਰਾਂਗਾ। ਸ਼ਬਦ ਨੂੰ, ਪਰਮਾਤਮਾ ਦੇ ਨਾਮ ਨੂੰ, ਬਾਣੀ ਨੂੰ ਮੰਨਣ ਨਾਲ ਫਿਰ ਗੁਰੂ ਮਿਲਦਾ ਹੈ। ਫਿਰ ਕਹਿੰਦਾ ਵਿੱਚੋਂ ਆਪ ਗਵਾਏ। ਮਨੁੱਖ ਦੇ ਅੰਦਰ ਆਪ ਭਾਵ ਹਉਮੈ ਭਾਵ, ਅੰਦਰੋਂ ਫਿਰ ਹਉਮੈ ਭਾਵ ਖਤਮ ਹੋ ਜਾਂਦਾ ਹੈ। ਫਿਰ ਕੀ ਕਰਦਾ ਹੈ? ਅਣ ਦਿਨ ਭਗਤ ਕਰੇ ਸਦਾ, ਸਾਚੇ ਕੀ ਲਿਵ ਲਾਏ। ਫਿਰ ਉਹ ਦਿਨ ਰਾਤ ਪਰਮਾਤਮਾ ਦੀ ਲਿਵ ਲਾ ਕੇ ਭਗਤੀ ਕਰਦਾ ਹੈ। ਇਹ ਵਿੱਚ ਕਿਤੇ ਰੁਕਣਾ ਨਹੀਂ ਹੈ। ਅਣ ਦਿਨ ਭਗਤ ਕਰੇ ਸਦਾ, ਸਾਚੇ ਕੀ ਲਿਵ ਲਾਏ। ਪੂਰੀ ਲਾਈਨ ਪੜ੍ਹਨੀ। ਦਿਨ ਰਾਤ ਉਹ ਲਿਵ ਲਾ ਕੇ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੈ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਫਿਰ ਪਦਾਰਥ ਹੁੰਦੇ, ਬਹੁਤ ਕੀਮਤੀ ਚੀਜ਼ ਨੂੰ ਪਦਾਰਥ ਕਹਿੰਦੇ। ਨਾਮ ਜੋ ਅਮੋਲਕ ਹੈ ਉਹ ਮਨ 'ਚ ਵਸ ਜਾਂਦਾ ਹੈ। ਨਾਨਕ ਸਹਿਜ ਸਮਾਏ, ਫਿਰ ਮਨੁੱਖ ਸਹਿਜ ਅਵਸਥਾ 'ਚ ਲੀਨ ਹੋ ਜਾਂਦਾ ਹੈ। ਉਹ ਚੌਥੀ ਅਵਸਥਾ 'ਤੇ, ਜਿਹਨੂੰ ਚੌਥਾ ਪਦ ਕਹਿੰਦੇ, ਉੱਥੇ ਪਹੁੰਚ ਜਾਂਦਾ ਹੈ। ਉੱਥੇ ਫਿਰ ਸਹਿਜ ਅਵਸਥਾ ਮਨੁੱਖ ਹਮੇਸ਼ਾ ਅਡੋਲ ਰਹਿੰਦਾ ਹੈ। ਅੱਕਾ ਮਗਰ ਬੰਦ ਕਰਦੇ, ਗਰਮੀ ਲੱਗਦੀ। ਸ਼੍ਰੀ ਰਾਗ ਮਹਿਲਾ ਤੀਜਾ। ਜਿਨੀ ਪੁਰਖੀ ਜਿਨੀ ਬਹੁਵਚਨ, ਜਿਨੀ ਜੇ ਨੂੰ ਸਿਹਾਰੀ, ਨੰਨੇ ਦੇ ਪੈਰ 'ਚ ਹਾ ਨੰਨੇ ਨੂੰ ਬਿਹਾਰੀ ਬਿੰਦੀ। ਜਿਨੀ ਪੁਰਖੀ ਖੱਖੇ ਨੂੰ ਬਿਹਾਰੀ ਬਿੰਦੀ, ਪੁਰਖਾਂ ਨੇ। ਜਿਨੀ ਪੁਰਖੀ ਬਹੁਵਚਨ ਹੋਣ ਕਰਕੇ ਨਾ ਪੁਰਖੀ ਹੈ। ਜਿਨ੍ਹਾਂ ਪੁਰਖਾਂ ਨੇ ਆਪ ਆਵੇ। ਜਿਨੇ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਘਰ ਹੁੰਦਾ ਹਾਹੇ ਨੂੰ ਹੋੜਾ ਨਾਲ ਬਿੰਦੇ।
ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁਠੇ ਅਹੰਕਾਰ। ਇਹਨੂੰ ਅਹੰਕਾਰ ਪੜ੍ਹਨਾ, ਅਹੰਕਾਰ ਨਹੀਂ ਪੜ੍ਹਨਾ। ਅਹੰਕਾਰ ਪੜ੍ਹੋਗੇ ਤਾਂ ਅਹੰਕਾਰ ਦਾ ਵਿਰੋਧੀ ਸ਼ਬਦ ਹੋ ਜਾਏਗਾ, ਪਰ ਇਹ ਇੱਕੋ ਸ਼ਬਦ ਹੈ, ਇਹ ਦੋ ਨਹੀਂ ਹੈਗੇ। ਜਿਵੇਂ ਅਗੰਮ ਹੈ, ਇਹ ਦੋ ਨੇ। ਇੱਕ ਸ਼ਬਦ ਹੈ ਗੰਮ, ਉਹਦਾ ਵਿਰੋਧੀ ਸ਼ਬਦ ਹੈ ਅਗੰਮ। ਇਸ ਤਰ੍ਹਾਂ ਜੇ ਤੁਸੀਂ ਆੜਾ ਪੜ੍ਹੋਗੇ, ਅਹੰਕਾਰ ਪੜ੍ਹੋਗੇ ਤਾਂ ਹੋਊਗਾ ਵੀ ਹੰਕਾਰ ਦਾ ਵਿਰੋਧੀ ਸ਼ਬਦ ਹੈ। ਇੱਥੇ ਵਿਰੋਧੀ ਸ਼ਬਦ ਨਹੀਂ ਹੈ, ਇਹਦਾ ਉਚਾਰਨ ਹੈ ਅਹੰਕਾਰ। ਕਿਉਂਕਿ ਹਾ ਹੈ ਤੋਂ ਪਹਿਲਾ ਅੱਖਰ ਮੁਕਤਾ ਹੈ, ਅਤੇ ਮੁਕਤ ਕਿਉਂਕਿ ਅਹੰਕਾਰ ਹਿੰਦੀ ਦਾ ਸ਼ਬਦ ਹੈ, ਇਸ ਲਈ ਹਾ ਹੈ ਤੋਂ ਪਹਿਲੇ ਅੱਖਰ ਨੂੰ ਲੱਗ ਗਈਆਂ ਦਲਾਵਾਂ। ਜਿਹੜੀ ਹਾ ਹੈ 'ਤੇ ਟਿੱਪੀ ਹੁੰਦੀ ਹੈ, ਉਹ ਦਲਾਵਾਂ ਦੇ ਨਾਲ ਬਿੰਦੀ ਬਣ ਜਾਂਦੀ ਹੈ, ਬਣ ਗਿਆ ਅਹੰਕਾਰ। ਖਿਆਲ ਰੱਖਣਾ ਕਿਤੇ ਬੋਲੋ। ਆੜ 'ਤੇ ਦਲਾਵਾਂ ਨਾਲ ਬਿੰਦੀ, ਹਾ ਕੱਕਰ ਕਰਨਾ ਰਾ, ਅਹੰਕਾਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁਠੇ ਅਹੰਕਾਰ। ਸਤਿਗੁਰੂ ਕਿਆ ਫਿਟ ਗਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨਹਾਰ। ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਵਿਅਕਤੀਆਂ ਨੇ ਸਤਿਗੁਰ ਨਾਲ ਸੇਵਿਓ, ਗੁਰੂ ਦੀ ਸੇਵਾ ਹੀ ਨਹੀਂ ਕੀਤੀ। ਗੁਰੂ ਦੀ ਸੇਵਾ ਅਸਲ 'ਚ ਕੀ ਹੈ? ਗੁਰੂ ਦਾ ਹੁਕਮ ਮੰਨਣਾ, ਇਹੀ ਅਸਲ 'ਚ ਸੇਵਾ ਹੈ। ਕਿਤੇ ਨਹੀਂ ਆਉਂਦਾ ਭਾਈ ਲੈਣਾ ਜੀ, ਮੁੱਠੀ ਚਾਪੀ ਕਰਦੇ ਰਹਿੰਦੇ ਸਨ ਗੁਰੂ ਮਹਾਰਾਜ ਦੀ ਹਰ ਵਕਤ। ਨਹੀਂ, ਉਸ ਗੁਰੂ ਦੀ ਗੱਲ ਨੂੰ ਆਪਣੇ ਦਿਮਾਗ ਦੇ ਲੈਵਲ 'ਤੇ ਪਰਖਣ ਲੱਗ ਜਾਈਏ, ਅਸੀਂ ਨਹੀਂ ਪਰਖ ਸਕਦੇ। ਕਿਉਂਕਿ ਗੁਰੂ ਮਹਾਰਾਜ ਦਾ ਜਿਹੜਾ ਸੋਚ ਦਾ ਲੈਵਲ ਹੈ ਸਾਡੇ ਤੋਂ ਕਿਤੇ ਉੱਚਾ ਹੈ। ਤੁਸੀਂ ਬੱਚੇ ਨੂੰ ਕੋਈ ਗੱਲ ਕਹਿੰਦੇ ਹੋ, ਤੁਹਾਡੀ ਗੱਲ ਨੂੰ ਆਪਣੇ ਲੈਵਲ 'ਤੇ ਪਰਖਣਾ ਚਾਹੁੰਦਾ, ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਤੁਹਾਡਾ ਸੋਚ ਦਾ ਲੈਵਲ ਹੋਰ ਹੈ, ਬੱਚੇ ਦੀ ਸੋਚ ਦਾ ਲੈਵਲ ਅਜੇ ਨੀਵਾਂ ਹੈ। ਗੁਰੂ ਨਾਨਕ ਜੀ ਘੱਟ ਤੋਂ ਘੱਟ 50 ਸਾਲ ਆਮ ਲੋਕਾਂ ਨੂੰ ਐਡਵਾਂਸ ਸਨ, ਇਸ ਲਈ ਹਰ ਇੱਕ ਉਹਨਾਂ ਦੀ ਗੱਲ ਹੀ ਨਾ ਸਮਝ ਸਕਿਆ, ਉਹਨਾਂ ਦੀ ਗੱਲ ਹੀ ਨਾ ਹਰ ਕੋਈ ਸਮਝ ਸਕਿਆ। ਅਤੇ ਫਿਰ ਬੇਸਮਝਾਂ ਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਲ। ਸੋ ਇਸ ਲਈ ਗੁਰੂ ਦੀ ਸੇਵਾ ਦਾ ਮਤਲਬ ਹੈ ਗੁਰੂ ਮਹਾਰਾਜ ਦਾ ਹੁਕਮ ਮੰਨਣਾ। ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਹੀਂ ਨਾ ਮੰਨਿਆ, ਸੇ ਦੁਖੀਏ ਜੁਗ ਚਾਰ। ਉਹ ਤਾਂ ਚਾਰਾਂ ਯੁੱਗਾਂ 'ਚ ਹੀ ਦੁਖੀ ਰਹੇ, ਚਾਹੇ ਉਹ ਸਤਿਯੁਗ ਦੇ ਵਿੱਚ ਸਨ, ਜੇ ਨਹੀਂ ਹੁਕਮ ਮੰਨਿਆ ਉਦੋਂ ਵੀ ਦੁਖੀ, ਤ੍ਰੇਤੇ 'ਚ ਵੀ ਦੁਖੀ, ਦੁਆਪਰ ਦੁਖੀ, ਕਲਯੁਗ 'ਚ ਵੀ ਦੁਖੀ। ਜਿਹੜੇ ਪੁਰਖ ਗੁਰੂ ਦੀ ਸੇਵਾ ਨਹੀਂ ਕਰਦੇ, ਉਹ ਚਾਰਾਂ ਯੁੱਗਾਂ ਦੇ ਵਿੱਚ ਹੀ ਦੁਖੀ ਰਹਿੰਦੇ ਹਨ। ਘਰ ਹੁੰਦਾ ਪੁਰਖ ਨਾ ਪਛਾਣਿਆ, ਪਰਮਾਤਮਾ ਦੇ ਅੰਦਰ ਹੀ ਬੈਠਾ। ਧਰਮ ਅਨੁਸਾਰ ਪੁਰਖ ਇੱਕੋ ਹੀ ਹੈ ਬਸ ਸੰਸਾਰ 'ਚ। ਆਪਾਂ ਸਾਰੇ ਦੇਖਣ ਭਾਵੇਂ ਬੰਦੇ ਹਾਂ, ਆਪਾਂ ਧਰਮ ਅਨੁਸਾਰ ਨਾਰਾਂ ਹਾਂ, ਔਰਤਾਂ ਹਾਂ। ਪੁਰਖ ਸਿਰਫ ਇੱਕੋ ਇੱਕ ਪਰਮਾਤਮਾ ਹੈ, ਇਸ ਲਈ ਸਭ ਦਾ ਪਰਮਾਤਮਾ ਹੀ ਪਤੀ ਹੈ। ਉਹ ਸਾਡਾ ਪਤੀ ਹੈ, ਅਸੀਂ ਉਹਦੀਆਂ ਸਾਰੇ ਪਤਨੀਆਂ ਹਾਂ। ਇਸ ਲਈ ਉਹ ਪੁਰਖ ਨੂੰ, ਪਰਮਾਤਮਾ ਨੂੰ ਪਹਿਚਾਣਦੇ ਨੇ। ਹਾਲਾਂਕਿ ਪਰਮਾਤਮਾ ਘਰ ਹੁੰਦਾ ਆਪਣੇ ਹਿਰਦੇ ਦੇ ਵਿੱਚ ਹੀ, ਪਰਮਾਤਮਾ ਨੂੰ ਕੋਲ ਹੁੰਦਾ ਹੈ, ਪਰਮਾਤਮਾ ਅੰਦਰ ਹੈ। ਉਹ ਮਨੁੱਖ ਨੂੰ ਉਹਦੀ ਪਹਿਚਾਣ ਹੀ ਨਹੀਂ ਹੈਗੀ। ਉਹ ਸਮਝਦੇ ਕਿਤੇ ਸੱਚਖੰਡ ਬੈਠੇ, ਪਤਾ ਨਹੀਂ ਕਿਸੇ ਪਹਾੜ 'ਚ ਬੈਠੇ, ਪਤਾ ਨਹੀਂ ਕਿਸੇ ਜਿਹੜਾ ਹੈ ਜੰਗਲ 'ਚ ਬੈਠੇ, ਕਿਤੇ ਪਤਾ ਨਹੀਂ ਕਿਤੇ ਬੀਆਬਾਨ 'ਚ ਬੈਠਾ ਹੈ। ਧਰਮ ਕਹਿੰਦਾ ਉਹ ਤੁਹਾਡੇ ਅੰਦਰ ਹੀ ਹੈ। ਪਰ ਹੁਣ ਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਦੇ ਆਖੇ ਨਹੀਂ ਲੱਗਾ, ਇਸ ਲਈ ਗਿਆਨ ਨਹੀਂ ਹੈਗਾ। ਕਿਉਂ ਨਹੀਂ ਪਹਿਚਾਣਿਆ? ਅਭਿਮਾਨ ਮੁੱਠੇ ਅਹੰਕਾਰ। ਹੰਕਾਰ ਅਤੇ ਅਭਿਮਾਨ ਦੇ ਠੱਗੇ ਹੋਏ, ਮੁੱਠੇ ਦੇ ਠੱਗੇ ਹੋਏ।
ਜਿਵੇਂ ਠੱਗ ਨੇ ਬੰਦੇ ਨੂੰ ਠੱਗ ਲੈਂਦੇ ਨੇ। ਜਿਹੜਾ ਨਾ ਲੋੜ ਤੋਂ ਵੱਧ ਤੁਹਾਡੇ ਨਾਲ ਮਿੱਠਾ ਬੋਲੇ ਨਾ, ਉਸ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ। ਦੂਜੇ ਨੂੰ ਠੱਗਣ ਲਈ ਜ਼ਰੂਰੀ ਹੁੰਦਾ ਕਿ ਉਹਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੋ। ਹਾਲਾਂਕਿ ਬੰਦਾ ਬੜਾ ਚੰਗਾ ਹੈ, ਬਸ ਉਹ ਫਿਰ ਡਿੱਕੇ 'ਚ ਲੈ ਗਏ ਤੈਨੂੰ ਠੱਗ ਲੈਂਦਾ। ਕਿਉਂਕਿ ਲੋਕ ਜਿਹੜੇ ਨੇ ਹੰਕਾਰ ਦੇ ਠੱਗੇ ਹੋਏ ਹਨ, ਇਸ ਲਈ ਅੰਦਰ ਰਹਿੰਦੇ ਪਰਮਾਤਮਾ ਨੂੰ ਨਹੀਂ ਜਾਣਦੇ। ਹੰਕਾਰੀ ਨੇ। ਮੈਂ ਘਟਾਂ ਕੋਈ, ਗੁਰੂ ਕੋਈ ਬਹੁਤ ਹੈ, ਮੈਂ ਪਾਸ ਹਾਂ। ਗੁਰੂ ਦੇ ਅਨਪੜ੍ਹ, ਉਹ ਤਾਂ ਕਿਸੇ ਸਕੂਲ 'ਚ ਨਹੀਂ ਸੀ ਗਿਆ। ਐਂ ਕਰਦਾ ਫਿਰ ਬੰਦਾ, ਐਂ ਕਰਦਾ। ਜਿਵੇਂ ਉਹ ਚਤੁਰਵੇਦੀ ਸੀ, ਕਹਿੰਦੇ ਕਬੀਰ ਨੂੰ ਕੀ ਆਉਂਦਾ? ਉਹ ਤਾਂ ਅਨਪੜ੍ਹ ਹੈ, ਉਹ ਤਾਂ ਅਨਪੜ੍ਹ ਹੈ, ਉਹ ਤਾਂ ਕਦੇ ਸਕੂਲੇ ਹੀ ਨਹੀਂ ਗਿਆ, ਉਹਨੂੰ ਕੀ ਆਉਂਦਾ? ਤੁਸੀਂ ਕਹਿੰਦੇ ਬੜਾ ਗਿਆਨਵਾਨ ਹੈ ਜੀ। ਅਤੇ ਚਤੁਰਵੇਦੀ ਕਬੀਰ ਸਾਹਿਬ ਤੋਂ ਹਾਰ ਕੇ ਆਇਆ। ਸੋ ਹਉਮੈ ਹੁੰਦੀ ਹੈ। ਜਦੋਂ 8ਵੇਂ ਪਾਤਸ਼ਾਹ ਇੱਥੇ ਪਹੁੰਚੇ ਅੰਬਾਲੇ ਦੇ ਕੋਲ ਪੰਜੋਖੜਾ ਸਾਹਿਬ, ਉੱਥੇ ਵਿਦਵਾਨ ਪੰਡਤ ਸੀ। ਉਹਨੂੰ ਪਤਾ ਲੱਗਾ ਵੀ ਇਹ ਤਾਂ 7 ਕੁ ਸਾਲਾਂ ਦੇ ਨੇ ਬੱਚਾ, ਇਹਨੂੰ ਇਹ ਸਿੱਖ ਗੁਰੂ ਕਹਿੰਦੇ ਨੇ। ਬਈ ਗੁਰੂ ਬਣਨ ਲਈ ਤਾਂ ਬੜਾ ਵਿਦਵਾਨ ਹੋਣਾ ਚਾਹੀਦਾ ਹੈ, ਅਤੇ 7 ਸਾਲ ਦੇ ਬੱਚੇ ਨੂੰ ਕੀ ਗਿਆਨ ਹੋਏਗਾ? ਉਹਨੇ ਕਈ ਸਿੱਖਾਂ ਅੱਗੇ ਇਸ ਤਰ੍ਹਾਂ ਕਹਿਣਾ, ਕਹਿੰਦੇ ਭਾਈ ਗੁਰੂ ਬਣਨ ਲਈ ਤਾਂ ਬੜਾ ਵਿਦਵਾਨ ਹੋਣਾ ਚਾਹੀਦਾ, ਗ੍ਰੰਥ ਪੜ੍ਹੇ ਹੋਣੇ ਚਾਹੀਦੇ ਨੇ, ਬੜਾ ਤਜਰਬੇਕਾਰ ਹੋਣਾ ਚਾਹੀਦਾ। ਇਹ ਤੁਹਾਡਾ ਗੁਰੂ ਦੇ ਕੋਲ 7 ਕੁ ਸਾਲਾਂ ਦਾ ਲੱਗਦਾ ਹੈ, ਇਹਨੂੰ ਕੀ ਗਿਆਨ ਹੋਏਗਾ? ਕਿਸ ਸਿੱਖ ਨੇ ਗੁਰੂ ਮਹਾਰਾਜ ਦੱਸਿਆ ਵੀ ਫਲਾਣਾ ਪੰਡਤ ਐਂ ਕਹਿੰਦਾ। ਕਹਿੰਦੇ ਭਾਈ ਸੱਦ ਲਿਓ ਪੰਡਤ ਨੂੰ। ਆ ਗਏ ਪੰਡਿਤ। ਹਾਂ ਜੀ ਪੰਡਤ ਜੀ, ਵੀ ਤੁਹਾਨੂੰ ਕੋਈ ਸਾਡੇ ਗਿਆਨ 'ਤੇ ਸ਼ੰਕਾ ਹੈ? ਕਹਿੰਦਾ ਹਾਂਜੀ। ਤੁਹਾਨੂੰ ਸਿੱਖ ਗੁਰੂ ਕਹਿੰਦੇ ਨੇ, ਅਤੇ ਗੁਰੂ ਤਾਂ ਬਹੁਤ ਵਿਦਵਾਨ ਹੋਣਾ ਚਾਹੀਦਾ ਹੈ, ਜਿਹਨੇ ਆਪਣੇ ਪਬਲਿਕ ਦੀ ਅਗਵਾਈ ਕਰਨੀ ਹੈ, ਅਤੇ ਤੁਸੀਂ ਤਾਂ 7 ਕੁ ਸਾਲਾਂ ਦੇ ਲੱਗਦੇ ਹੋ, ਅਤੇ ਤੁਹਾਨੂੰ ਕਿੱਥੋਂ, ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਹੋਣਗੀਆਂ? ਗੁਰੂ ਮਹਾਰਾਜ ਨੇ ਸੋਚਿਆ ਵੀ ਇਹ ਤਾਂ ਸੰਸਾਰੀ ਗਿਆਨ ਹੀ ਸਮਝੀ ਬੈਠਾ, ਵੀ ਗਿਆਨ ਇਹ ਹੁੰਦਾ ਪਤਾ ਨਹੀਂ। ਅਤੇ ਅੱਜ ਨੂੰ ਪਤਾ ਗੁਰੂ ਮਹਾਰਾਜ ਕਹਿੰਦੇ ਤੂੰ ਨਾ ਜਿਹੜਾ ਅਨਪੜ੍ਹ ਤੇਰੇ ਪਿੰਡ 'ਚ ਹੈਗਾ, ਤੂੰ ਉਹਨੂੰ ਲੈ ਆ, ਅਸੀਂ ਉਹਦੇ ਤੋਂ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਾ ਦਾਂਗੇ। ਉਹ ਬੜਾ ਹੈਰਾਨ ਵੀ ਅਨਪੜ੍ਹ ਕਿਵੇਂ ਕਰ ਦੇਗਾ? ਕਿ ਲੈ ਆ, ਉਹ ਲੈ ਛੱਜੂ ਜੀ ਹੋਰ ਨੂੰ ਵੀ ਅਨਪੜ੍ਹ ਹੈ। ਉਹ 'ਤੇ ਛੱਪੜੀ ਜਿਹੜਾ ਅੱਜ ਕੱਲ੍ਹ ਸਰੋਵਰ ਬਣ ਗਿਆ ਹੈ, ਕਹਿੰਦੇ ਛੱਪੜੀ 5 ਇਸ਼ਨਾਨਾ ਕਰ ਲੈ, ਮੂੰਹ ਹੱਥ ਧੋ ਲੈ, ਚੌਂਕੀ 'ਤੇ ਬਿਠਾ ਲੈ ਛੱਜਰਾਂ ਨੂੰ। ਉਹਨਾਂ ਕੋਲ ਛੋਟੀ ਜਿਹੀ ਸੋਟੀ ਸੀ, ਹਰਵਦ ਕੌਰ ਰੱਖਦੇ 8ਵੇਂ ਪਾਤਸ਼ਾਹ। ਉਹ ਸੋਟੀ ਨਾ ਛੱਜੂ ਦੇ ਸਿਰ 'ਤੇ ਰੱਖਦੀ, ਛੱਜੂ 'ਚ ਉਹਦੇ ਸਿਰ 'ਤੇ। ਉਹ ਤਾਂ ਅੰਦਰਲੇ ਸਾਰੇ ਕਪਾਟ ਖੁੱਲ੍ਹ ਗਏ, ਉਹ ਤਾਂ ਬ੍ਰਹਮ ਗਿਆਨੀ ਹੋ ਗਿਆ ਹੈ। ਗੁਰੂ ਮਰ ਗਏ। ਪੰਡਤ ਜੀ ਬੋਲੋ ਫਿਰ। ਪੰਡਤ ਜੀ ਸ਼ਲੋਕ ਬੋਲਦੇ ਆ ਗੀਤਾ ਦੇ ਸੰਸਕ੍ਰਿਤ 'ਚੋਂ, ਅਤੇ ਉਹਨਾਂ ਬੜੇ ਵਿਦਵਾਨਾਂ ਦੀ ਤਰ੍ਹਾਂ ਉਹਦੇ ਅਰਥ ਕਰ ਕਰਕੇ ਸੁਣਾ ਰਿਹਾ ਸੰਗਤ ਨੂੰ। ਬਸ 4-5 ਸ਼ਲੋਕਾਂ ਤੋਂ ਬਾਅਦ ਪੰਡਤ ਜੀ ਨੇ ਮੱਥਾ ਟੇਕਦੇ ਗੁਰੂ ਮਹਾਰਾਜ ਨੂੰ, ਕਹਿੰਦੇ ਮਹਾਰਾਜ ਜੀ ਤੁਸੀਂ ਧੰਨ ਹੋ, ਤੁਸੀਂ ਦੇ ਸਿਰ 'ਤੇ ਅਨਪੜ੍ਹ ਦੇ ਸਿਰ 'ਤੇ ਸੋਟੀ ਰੱਖਦੀ ਹੈ, ਅਤੇ ਗਿਆਨਵਾਨ ਹੋ ਗਿਆ। ਤੁਸੀਂ ਪਤਾ ਨਹੀਂ ਕਿੰਨੇ ਕੁ ਗਿਆਨਵਾਨ ਹੋ ਗਏ। ਤੁਹਾਨੂੰ ਸੋ ਮਨੁੱਖ ਕਈ ਵਾਰੀ ਇਹ ਗ੍ਰੰਥ ਪੜ੍ਹ ਕੇ ਨਾ ਸਮਝਦਾ ਮੈਂ ਗਿਆਨਵਾਨ ਹਾਂ, ਫਿਰ ਹੰਕਾਰ 'ਚ ਆ ਜਾਂਦਾ। ਹੰਕਾਰ 'ਚ ਆ ਕੇ ਕਈ ਵਾਰੀ ਅਵਾ ਤਵਾ ਬੋਲਦਾ ਬੰਦਾ। ਗੁਰੂਆਂ ਨੂੰ ਵੀ ਉਸ ਵੇਲੇ ਕੁਝ ਲੋਕ ਉਹਦੇ ਅਵਾ ਤਵਾ ਬੋਲਿਆ ਕਰਦੇ ਸਨ। ਸਤਿਗੁਰ ਕਿਆਂ ਫਿਟਕਿਆਂ, ਜਿਨ੍ਹਾਂ ਨੂੰ ਗੁਰੂ ਫਟਕਾਰ ਦਿੰਦਾ ਨਾ, ਮੰਗ ਥੱਕੇ ਸੰਸਾਰ। ਉਹ ਸੰਸਾਰ 'ਚ ਮੰਗ ਕੇ ਥੱਕ ਗਏ, ਉਹਨਾਂ ਦੀ ਗੱਲ ਨਹੀਂ ਬਣੀ, ਕਿਉਂਕਿ ਗੁਰੂ ਨੇ ਫਟਕਾਰ ਦਿੱਤਾ।
ਦਸਵੇਂ ਪਾਤਸ਼ਾਹ ਵੇਲੇ ਇਹ ਜਿਹੜੇ ਧੀਰ ਮੱਲੀਏ ਸਨ, ਜਿਹੜਾ ਪੰਚਮ ਪਾਤਸ਼ਾਹ ਭਰਾ ਪ੍ਰਿਥੀ ਚੰਦ, ਉਹ ਜਿਹੜਾ ਪੁੱਤਰ ਸੀ, ਇਹ ਮੀਣੇ ਕਹਿਲਾਉਂਦੇ ਨੇ। ਧੀਰ ਮੱਲੀਏ, ਮੀਣੇ, ਇਹਨਾਂ ਨੇ ਫਟਕਾਰ ਦਿੱਤਾ ਸੀ ਬਈ ਇਹਨਾਂ ਨਾਲ ਕੋਈ ਰੋਟੀ ਬੇਟੀ ਦਾ ਸਾਂਝ ਨਹੀਂ ਰੱਖਣੀ। ਦਸਮ ਪਾਤਸ਼ਾਹ ਵੇਲੇ ਫਿਰ ਇਹ ਲੋਕ ਆ ਕੇ ਮਿਲੇ, ਕਹਿੰਦੇ ਜੀ ਗਲਤੀ ਤਾਂ ਸਾਡੇ ਵੱਡੇ ਵਡੇਰਿਆਂ ਨੇ ਕੀਤੀ ਹੈ, ਸਾਡਾ ਕੀ ਕਸੂਰ ਹੈ? ਵੀ ਵੱਡੇ ਵਡੇਰਿਆਂ ਦੀ ਗਲਤੀ ਦਾ ਉਹਨਾਂ ਦੇ ਪੋਤਿਆਂ ਪੜੋਤਿਆਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਗੁਰੂ ਮਹਾਰਾਜ ਚੰਗਾ, ਉਹਨੂੰ ਮਾਫੀ ਮਿਲੇਗੀ ਜਿਹੜਾ ਅੰਮ੍ਰਿਤ ਛਕ ਲੇਗਾ। ਫਿਰ ਉਹਨਾਂ ਨੇ ਅੰਮ੍ਰਿਤ ਛਕਣਾ, ਜਿਨ੍ਹਾਂ ਅੰਮ੍ਰਿਤ ਛਕਣਾ ਸ਼ੁਰੂ ਕਰਤਾ ਉਹਨਾਂ ਨੂੰ ਗੁਰੂ ਮਹਾਰਾਜ ਨੇ ਮਾਫੀ ਦੇ ਦਿੱਤੀ। ਫਿਰ ਉਹਦੇ ਘਰ ਜਾ ਕੇ ਲੰਗਰ ਵੀ ਗੁਰੂ ਮਹਾਰਾਜ ਛਕੇ ਜਿਹਨੇ ਅੰਮ੍ਰਿਤ ਛਕ ਲਿਆ। ਸੋ ਇਸ ਲਈ ਜਿਹਨੂੰ ਗੁਰੂ ਮਹਾਰਾਜ ਫਟਕਾਰ ਦੇਣਾ ਉਹਨੂੰ ਕੋਈ ਜਿਹੜਾ ਹੈ। ਹੁਣ ਜਦ ਪੰਚਮ ਪਾਤਸ਼ਾਹ ਵੇਲੇ ਜਿਹੜੇ ਦੋ ਕੀਰਤਨੀਏ ਸਨ, ਸੱਤਾ ਅਤੇ ਬਲਵੰਡ, ਉਹ ਅਵਾ ਤਵਾ ਲੱਗੇ ਬੋਲਣ ਪੰਚਮ ਪਾਤਸ਼ਾਹ ਨੂੰ, ਗੁਰੂ ਨਾਨਕ ਦੇਵ ਜੀ ਬਾਰੇ। ਕਹਿੰਦੇ ਤੁਹਾਡੀ ਪੁੱਛ ਤੇ ਸਾਡੇ ਘਰ ਨੇ, ਜੇ ਅਸੀਂ ਕੀਰਤਨ ਨਾ ਕਰੀਏ ਤੁਹਾਨੂੰ ਕੌਣ ਪੁੱਛਦਾ? ਗੁਰੂ ਨਾਨਕ ਦੀ ਪੁੱਛ ਵੀ ਮਰਦਾਨਾ ਕਾਰਨ ਸੀ, ਸਾਡੇ ਕੀਰਤਨੀ ਕਾਰਨ ਸੀ, ਉਹਨਾਂ ਨੂੰ ਕਿਹਨੇ ਪੁੱਛਣਾ ਸੀ? ਪੰਚਮ ਪਾਤਸ਼ਾਹ ਕਹਿੰਦੇ ਬਸ ਅੱਗੇ ਨਹੀਂ ਬੋਲਣਾ, ਸਾਡੇ ਬਾਰੇ ਜੋ ਮਰਜ਼ੀ ਕਹਿਣਾ ਕਿ ਲੋ, ਖਬਰਦਾਰ ਗੁਰੂ ਨਾਨਕ ਬਾਰੇ ਬੋਲੇ। ਕਹਿੰਦੇ ਜਾਓ, ਚਲੋ ਜੀ ਆਪਣੇ ਘਰਾਂ ਨੂੰ। ਸਿੱਖਾਂ ਨੂੰ ਹੁਕਮ ਕਰਤਾ ਤੁਸੀਂ ਇਹਨਾਂ ਨਾਲ ਵਰਤਣਾ ਹੀ ਨਹੀਂ। ਹੁਣ ਉਹਨਾਂ ਦਾ ਰੋਜ਼ਗਾਰ ਦਾ ਸਾਧਨ ਕੀਰਤਨ ਸੀ, ਹੁਣ ਕੋਈ ਪੁੱਛਦਾ ਹੀ ਨਹੀਂ ਉਹਨੂੰ, ਲੱਗੇ ਭੁੱਖੇ ਮਰਨ। ਜਿਵੇਂ ਆ ਲਾਕਡਾਊਨ 'ਚ ਮੈਂ ਦੇਖਿਆ, ਜਿਹੜੇ ਤਾਂ ਗੁਰਦੁਆਰਿਆਂ 'ਚ ਪਾਠੀ ਜਾਂ ਕੀਰਤਨੀ ਲੱਗੇ ਸੀ ਉਹਨਾਂ ਨੂੰ ਥੋੜ੍ਹੀ ਬਹੁਤ ਤਨਖਾਹ ਮਿਲਦੀ, ਗੁਜ਼ਾਰਾ ਹੁੰਦਾ ਰਿਹਾ। ਜਿਹੜੇ ਸਿਰਫ ਕੀਰਤਨ ਹੀ ਕਰਦੇ ਸੀ, ਕਿੰਨੇ ਹੀ ਮੇਰੇ ਕੋਲ ਆਉਂਦੇ ਸਨ, ਬਾਬਾ ਜੀ ਕੋਈ ਸਹਾਇਤਾ ਕਰ ਦਿਓ ਜੀ, ਕੰਮ ਤਾਂ ਕੋਈ ਮਿਲਦਾ ਨਹੀਂ। ਇਹ ਮੈਨੂੰ ਵੀ ਪਤਾ ਸੀ, ਮੈਂ ਵੀ ਸਮੱਸਿਆ ਹੁਣ ਇਹ ਹੈ, ਗੁਰਦੁਆਰਾ ਬੰਦ ਹੈ, ਗੁਰਦੁਆਰੇ ਦੇ ਫੰਡ 'ਚੋਂ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ। ਮੈਨੂੰ ਤਾਂ ਪੈਨਸ਼ਨ ਮਿਲਦੀ ਹੈ, ਇਸ ਲਈ ਆਇਆ ਕਰੋ, ਹਰ ਮਹੀਨੇ 500 ਰੁਪਈਏ ਲੈ ਜਾ ਕਰੋ, ਬਸ ਐਂ ਆਉਂਦੇ ਸੀ ਵਿਚਾਰੇ। ਕੋਈ ਕਿਤੋਂ ਆ ਰਿਹਾ, ਕੋਈ ਕਿਤੋਂ ਆ ਰਿਹਾ, ਆਸ ਲੈ ਕੇ ਆ। ਮੈਂ ਤਾਂ ਭਾਈ 500 ਨਾਲ ਮਦਦ ਕਰ ਸਕਦਾ ਹਾਂ। ਇਹ ਪਤਾ ਨਹੀਂ ਕਿੰਨਾ ਸਮਾਂ ਚੱਲੇ, ਮੈਂ ਆਪਣਾ ਵੀ ਤਾਂ ਸੋਚਣਾ। ਇਹ ਨਾ ਜਿਹੜੇ ਮੇਰੇ ਕੋਲ ਮੈਂ ਗੁਆ ਵਾਂ ਅਤੇ ਫਿਰ ਆਪ ਮੰਗਣ ਲੱਗ ਜਾ ਲੋਕਾਂ ਕਰੋ। ਫਿਰ ਕਹਿੰਦੇ ਬਾਬਾ ਜੀ ਤੁਸੀਂ ਤਾਂ ਲੋਕਾਂ ਨੂੰ ਮੱਤ ਦਿੰਦੇ ਸੀ, ਤੁਸੀਂ ਆਪ। ਕਿਉਂਕਿ ਜ਼ਿੰਦਗੀ ਵਰਤਣ ਲਈ ਦੂਰ ਦੀ ਸੋਚਣੀ ਪੈਂਦੀ। ਉਦੋਂ ਕਿਸੇ ਨੂੰ ਨਹੀਂ ਸੀ ਪਤਾ ਇਹ ਕਿੰਨਾ ਸਮਾਂ ਚੱਲੂਗਾ, ਕਿਸੇ ਨੂੰ ਨਹੀਂ ਸੀ ਪਤਾ। ਸੋ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਕਿਆ ਫਿਟਕਿਆਂ ਮੰਗ ਥੱਕੇ ਸੰਸਾਰ। ਜਿਹਨਾਂ ਨੂੰ ਗੁਰੂ ਨੇ ਫਟਕਾਰ ਦਿੱਤਾ ਉਹ ਕਹਿੰਦੇ ਸੰਸਾਰ 'ਚ ਮੰਗ ਕੇ ਥੱਕ ਗਏ, ਕਿਸੇ ਕੁਛ ਨਹੀਂ ਉਹਨਾਂ ਨੇ ਦਿੱਤਾ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਜੋ ਪਰਮਾਤਮਾ ਦਾ ਨਾਮ ਹੈ ਉਹਨੂੰ ਤਾਂ ਜਪਦੇ ਨਹੀਂ। ਪਰਮਾਤਮਾ ਦੇ ਨਾਮ ਨੇ ਸਾਰੇ ਕਾਰਜ ਸਵਾਰਨੇ ਸਨ, ਸਭ ਕਾਜ ਸਵਾਰਨ ਹਾਰ। ਪਰਮਾਤਮਾ ਦਾ ਨਾਮ ਸਾਰੇ ਕਾਰਜ ਸਵਾਰਨ ਵਾਲਾ ਹੈ। ਇਹਨੂੰ ਮਨੁੱਖ ਜਪਦਾ ਨਹੀਂ ਹੈ, ਧੱਕੇ ਥੋੜ੍ਹੇ ਜਿਹੇ ਖਾਈ ਜਾਂਦਾ ਹੈ। ਕਿੰਨੇ ਵਾਰੀ ਮੈਂ ਇਹ ਗੱਲਾਂ ਕਹੀਆਂ ਨੇ ਵੀ ਕਿਉਂ ਜ਼ਿੰਦਗੀ ਤੁਸੀਂ ਧੱਕੇ ਥੋੜ੍ਹੇ ਜਿਹੇ ਖਾਈ ਜਾਂਦੇ। ਜਦੋਂ ਨਾਮ ਨੇ, ਬਾਣੀ ਨੇ ਤੁਹਾਡੇ ਕਾਰਜ ਹੀ ਸਵਾਰ ਦੇਣੇ ਨੇ। ਗੱਲ ਤੇ ਕਾਰਜ ਸਵਰਨ ਦੀ ਹੈ। ਪੜ੍ਹੋ ਬਾਣੀ, ਜਪੋ ਨਾਮ, ਲੱਗੇ ਰਹੋ, ਘੰਟਿਆਂ ਬੱਧੀ ਲੱਗੇ ਰਹੋ, ਮਹੀਨਿਆਂ ਬੱਧੀ ਲੱਗੇ ਰਹੋ, ਗੱਲ ਬਣ ਜਾਏਗੀ ਇੱਕ ਦਿਨ। ਬਾਣੀ ਥੋੜ੍ਹੀ ਝੂਠੀ ਹੋ ਜਾਏਗੀ। ਸੱਚਾ ਸ਼ਬਦ ਨਾ ਸੇਵਿਓ। ਇਹ ਪਰਮਾਤਮਾ ਦਾ ਨਾਮ ਜਪਦੇ ਨਹੀਂ ਹੈਗੇ। ਸਭ ਕਾਜ ਸਵਾਰਨ, ਜਿਹੜਾ ਪਰਮਾਤਮਾ ਨਾਮ ਸਾਰੇ ਕਾਰਜ ਸਵਾਰਨ ਵਾਲਾ ਉਹਨੂੰ ਜਪਦੇ ਨਹੀਂ ਹੈਗੇ। ਮਨ ਮੇਰੇ ਸਦਾ ਹਰ ਵੇਖ ਹਦੂਰ। ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਿਹਾ ਭਰਪੂਰ ਰਹਾ। ਮਨ ਮੇਰੇ, ਹੇ ਮੇਰੇ ਮਨਾ, ਸਦਾ ਹਰ ਵੇਖ ਹਦੂਰ। ਹਦੂਰ ਹੁੰਦਾ ਹਾਜ਼ਰ ਨਾਜ਼ਰ। ਤੂੰ ਸਦਾ ਹੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਵੇਖ।
ਵੀ ਉਹ ਸਭ ਥਾਂ 'ਤੇ ਹਾਜ਼ਰ ਨਾਜ਼ਰ ਦਾ ਮਤਲਬ ਸਭ ਥਾਂ 'ਤੇ ਪ੍ਰੈਜ਼ੈਂਟ ਹੈ ਉਹ। ਬਸ ਕਿਤੇ ਵੀ ਅਸੀਂ ਜਾਈ ਉੱਥੇ ਹੀ ਪਰਮਾਤਮਾ ਹੈ। ਤੋ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ। ਫਿਰ ਕੀ ਹੋਏਗਾ? ਜਨਮ ਮਰਨ ਦੁੱਖ ਪਰ ਹਰੈ, ਸ਼ਬਦ ਰਿਹਾ ਭਰਪੂਰ। ਪਰਮਾਤਮਾ ਜਿਹੜਾ ਆਪਣੇ ਨਾਮ ਦੇ ਵਿੱਚ ਵਸਦਾ, ਭਰਪੂਰ ਦਾ ਪਰਿਪੂਰਨ ਵਸਣਾ। ਸ਼ਬਦ ਰਿਹਾ ਭਰਪੂਰ, ਸ਼ਬਦ ਵਿੱਚ, ਨਾਮ ਵਿੱਚ, ਬਾਣੀ ਵਿੱਚ। ਪਰਮਾਤਮਾ ਨਾਮ ਬਾਣੀ ਦੇ ਵਿੱਚ ਵਸਦਾ ਹੈ। ਇਸ ਲਈ ਤੂੰ ਨਾਮ ਜਪ, ਬਾਣੀ ਪੜ੍ਹ, ਜਨਮ ਮਰਨ ਦੁੱਖ ਪਰ ਹਰੈ। ਇਹ ਨਾਮ ਤੇਰਾ ਜੰਮਣ ਮਰਨ ਦਾ ਦੁੱਖ ਹੀ ਦੂਰ ਕਰ ਦੇਗਾ। ਪਰ ਹਰਨ ਦਾ ਛੱਡ ਦੇਣਾ, ਤਿਆਗ ਦੇਣਾ, ਦੂਰ ਕਰ ਦੇਣਾ। ਜੰਮਣ ਮਰਨ ਦਾ ਦੁੱਖ ਹੀ ਖਤਮ ਹੋ ਜਾਏਗਾ। ਕਹਿੰਦੇ ਇਸ ਲਈ ਤੂੰ ਪਰਮਾਤਮਾ ਦਾ ਨਾਮ ਜਪ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਕਿਉਂਕਿ ਪਰਮਾਤਮਾ ਸਭ ਥਾਂ 'ਤੇ ਹੈ। ਜਿੱਥੇ ਵੀ ਉਹਨੂੰ ਯਾਦ ਕਰੋਗੇ, ਵਾਹਿਗੁਰੂ ਕਰੋਗੇ, ਉੱਥੇ ਪਰਮਾਤਮਾ ਮਿੱਤਰ ਬਣ ਕੇ ਸਹਾਇਤਾ ਕਰੇਗਾ। ਡਾਊਟ ਨਹੀਂ ਕਰਨਾ। ਜਦੋਂ ਸਾਡੇ ਮਨ ਪਤਾ ਨਹੀਂ ਕਰੇਗਾ ਕਿ ਨਹੀਂ ਸਹਾਇਤਾ, ਉਹਨੇ ਉਹ ਕਹਿੰਦੇ ਤੈਨੂੰ ਵਿਸ਼ਵਾਸ ਹੀ ਨਹੀਂ। ਸੁਣ ਲਿਆ ਵੀ ਜਿੱਥੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋਗੇ, ਪਰਮਾਤਮਾ ਉੱਥੇ ਹੀ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਵਾਹਿਗੁਰੂ ਵਾਹਿਗੁਰੂ ਕਰੇ ਫਿਰ ਮਨ 'ਚ ਲੈ ਪਤਾ ਨਹੀਂ ਕਰੇਗਾ ਕਿ ਨਹੀਂ ਕਰੇਗਾ। ਉਹ ਕਹਿੰਦੇ ਨਹੀਂ, ਇਹਦਾ ਵਿਸ਼ਵਾਸ ਅਜੇ ਕੱਚਾ ਹੈ, ਕੱਚਾ ਵਿਸ਼ਵਾਸ ਹੈ। ਕਿਉਂਕਿ ਫਿਰ ਮਨੁੱਖ ਜਦੋਂ ਵਿਸ਼ਵਾਸ ਹੋ ਜਾਏ ਕਿ ਮੇਰੀ ਸਹਾਇਤਾ ਕਰੇਗਾ, ਬਾਕੀ ਸਭ ਸਹਾਇਤਾ ਵੱਲੋਂ ਧਿਆਨ ਹਟਾ ਲੈਂਦਾ ਬੰਦਾ। ਜਦੋਂ ਦੁਆਪਰ ਯੁੱਗ 'ਚ ਉਹ ਕਿਹੜੀ ਬੀਬੀ ਕੱਪੜੇ ਉਤਾਰਨ? ਦ੍ਰੋਪਦੀ। ਜਦੋਂ ਦ੍ਰੋਪਦੀ ਦੇ ਕੱਪੜੇ ਲਾਹੁਣ ਲੱਗੇ ਭਰੀ ਸਭਾ 'ਚ, ਉਹ ਪਹਿਲਾਂ ਕਹਿੰਦੀ ਇਹਨਾਂ ਦੀ ਕੀ ਤਾਕਤ ਹੈ, ਮੈਨੂੰ ਭਰੀ ਸਭਾ ਨੰਗੀਆਂ ਕਰ ਦੇਣੇ। ਇੱਥੇ ਮੇਰਾ ਗੁਰੂ ਬੈਠਾ ਹੈ, ਇੱਥੇ ਫਲਾਣਾ ਬੈਠਾ ਹੈ, ਇੱਥੇ ਆ ਮੇਰੇ 5 ਪਤੀ ਬੈਠੇ ਨੇ, ਇੱਥੇ ਫਲਾਣਾ ਬੈਠਾ ਹੈ। ਉਹ ਕਿਸੇ ਨੇ ਵੀ ਸਹਾਇਤਾ ਨਾ ਕੀਤੀ। ਜਦੋਂ ਆਖਰੀ ਲੜ ਰਹਿ ਗਏ ਨਾ, ਫਿਰ ਕ੍ਰਿਸ਼ਨ ਮਹਾਰਾਜ ਨੂੰ ਯਾਦ ਕੀਤਾ। ਉਹ ਆ ਗਏ ਅਤੇ ਭਾਈ ਗੁਰਦਾਸ ਜੀ ਕਹਿੰਦੇ 7 ਦਿਨ ਉਹ ਲੱਗੇ ਰਹੇ ਕੱਪੜੇ ਲਾਉਣੇ, ਉਹਨੂੰ ਨੰਗਿਆ ਨਹੀਂ ਕਰ ਸਕੇ। ਕੱਪੜਿਆਂ ਦੇ ਢੇਰਾਂ ਦੇ ਢੇਰ ਲੱਗੇ। ਬਾਅਦ ਦੇ ਵਿੱਚ ਦ੍ਰੋਪਦੀ ਮਿਲਦੀ ਕ੍ਰਿਸ਼ਨ ਮਹਾਰਾਜ ਨੂੰ, ਕਹਿ ਜੀ ਮੈਂ ਬੜੀਆਂ ਆਵਾਜ਼ਾਂ ਮਾਰੀਆਂ, ਤੁਸੀਂ ਬਹੁਤ ਸਮੇਂ ਬਾਅਦ ਆਏ। ਕਹਿ ਨਾ ਦ੍ਰੋਪਦੀ ਤੂੰ ਤਾਂ ਮੈਨੂੰ ਇੱਕੋ ਆਵਾਜ਼ ਮਾਰੀ ਸੀ ਬਸ। ਨਹੀਂ ਜੀ ਮੈਂ ਬੜਾ। ਕਹਿੰਦੇ ਦ੍ਰੋਪਦੀ ਪਹਿਲਾਂ ਤੈਨੂੰ ਇਹ ਸੀ, ਇੱਥੇ ਜਿਹੜਾ ਹੈ ਰਾਜਾ ਬੈਠਾ ਹੈ ਇਹ ਨਾ ਰੋਕੇਗਾ, ਇੱਥੇ ਗੁਰੂ ਬੈਠਾ ਹੈ ਇਹ ਨਾ ਰੋਕੇਗਾ, ਇੱਥੇ ਜਿਹੜਾ ਭੀਸ਼ਮ ਪਿਤਾਮਹ ਵਰਗੇ ਬੈਠੇ ਨੇ ਉਹ ਰੁਕਣਗੇ, ਇੱਥੇ ਮੇਰੇ 5 ਪਤੀ ਬੈਠੇ ਨੇ ਉਹ ਰੁਕਣਗੇ। ਜਦੋਂ ਕਿਸੇ ਨੇ ਨਹੀਂ ਰੁਕਿਆ ਫਿਰ ਤੂੰ ਮੈਨੂੰ ਯਾਦ ਕੀਤਾ, ਕਿਉਂਕਿ ਹੋਰ ਤੇਰੇ ਕੋਲ ਰਹਿ ਹੀ ਨਹੀਂ ਸੀ ਗਿਆ ਕੁਛ। ਜਦੋਂ ਤੂੰ ਸੱਚੇ ਦਿਲ ਨਾਲ ਮੈਨੂੰ ਯਾਦ ਕੀਤਾ, ਮੈਂ ਆ ਕੇ ਮੈਨੂੰ ਆਉਣ 'ਤੇ ਕਿਹੜੇ ਦੇਰ ਲੱਗਣੀ ਸੀ। ਇਹ ਫਿਰ ਵਿਸ਼ਵਾਸ ਵੀ ਹੋਣਾ ਚਾਹੀਦਾ ਕਿ ਜਦ ਬਾਣੀ ਕਹਿੰਦੀ ਹੈ ਕਿ ਜਿੱਥੇ ਵੀ ਤੁਸੀਂ ਮੁਸੀਬਤ ਵਿੱਚ ਹੋ ਉੱਥੇ ਹੀ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ, ਬਾਕੀ ਸਾਰੇ ਓਟ ਆਸਰੇ ਛੱਡ ਦੇਵੋ। ਹੁਣ ਪਰਮਾਤਮਾ ਆਪ ਆਊਗਾ, ਉਹ ਤਾਂ ਆਪਾਂ ਨੂੰ ਦਿਸਣਾ ਨਹੀਂ। ਪਰਮਾਤਮਾ ਫਿਰ ਸਬੱਬ ਬਣਾਉਂਦਾ ਸਾਡੀ ਸਹਾਇਤਾ ਲਈ। ਫਿਰ ਕੋਈ ਭੇਜੇ, ਕਿਸੇ ਨੂੰ ਭੇਜੇਗਾ, ਉਹ ਆ ਕੇ ਫਿਰ ਸਾਡੀ ਸਹਾਇਤਾ ਕਰੇਗਾ, ਉਹ ਆ ਕੇ ਸਾਡੀ ਸਹਾਇਤਾ ਕਰੇਗਾ। ਸੋ ਇਸ ਲਈ ਪਰਮਾਤਮਾ 'ਤੇ ਵਿਸ਼ਵਾਸ ਰੱਖਣਾ ਹੈ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਹੈ। ਫਿਰ ਜਦੋਂ ਉਹਨੂੰ ਹਾਜ਼ਰ ਨਾਜ਼ਰ ਸਮਝਾਂਗੇ, ਉਹ ਆਪਣੇ ਨਾਮ ਦੇ ਵਿੱਚ ਵਸਦਾ ਹੈ। ਸ਼ਬਦ ਰਿਹਾ ਭਰਪੂਰ, ਸ਼ਬਦ ਦੇ ਵਿੱਚ ਵਸਦਾ ਹੈ। ਇਸ ਲਈ ਮਨੁੱਖ ਜਦੋਂ ਸ਼ਬਦ ਦਾ ਜਾਪ ਕਰਦਾ ਹੈ, ਜੰਮਣ ਮਰਨ ਦਾ ਦੁੱਖ ਹੀ ਖਤਮ ਹੋ ਜਾਂਦਾ ਹੈ। ਰਹਾਉ ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ, ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ, ਸੱਚਾ ਸ਼ਾਹ ਵਰਤਦਾ। ਸ਼ਾਹ ਫਾਰਸੀ ਦਾ ਸ਼ਬਦ ਹੈ।
ਸ਼ਾ ਨਾਉਨ ਹੈ। ਨਾਮ ਹੋਣ ਕਰਕੇ ਹਾਹੇ ਨੂੰ ਔਂਕੜ ਨਹੀਂ ਬੋਲਦਾ। ਹਾਹੇ ਨੂੰ ਔਂਕੜ ਸਿਰਫ ਜਿਹੜਾ ਹੈ ਕਿਰਿਆਵਾਂ ਨਾਲ ਬੋਲਦਾ ਹੈ। ਜੇ ਸ਼ਬਦ ਕਿਰਿਆਵਾਚੀ ਹੈ ਫਿਰ ਔਂਕੜ ਬੋਲਦਾ, ਹੋਰ ਕਿਸੇ ਨਾਲ ਨਹੀਂ ਔਂਕੜ ਬੋਲਦਾ। ਇਹ ਹਾਹੇ ਨੂੰ ਔਂਕੜ ਜਿਹੜਾ ਹੈ ਇਹ ਅਰਥ ਦੱਸਣ ਲਈ ਹੈ, ਬੋਲਣ ਲਈ ਨਹੀਂ। ਇਹ ਅਰਥ ਦੱਸਦਾ ਹੈ ਕਿ ਜਿਹੜਾ ਸ਼ਾਹ ਸ਼ਬਦ ਹੈ ਇਹ ਇੱਕ ਵਚਨ ਹੈ ਅਤੇ ਪੁਲਿੰਗ ਹੈ। ਇਹ ਸਿਰਫ ਇਹ ਦੱਸ ਰਿਹਾ। ਪੁਲਿੰਗ ਹੋਣ ਕਰਕੇ ਅੱਗੇ ਸੱਚਾ ਲੱਗਾ। ਜੇ ਇਸਤਰੀ ਲਿੰਗ ਦੇ ਫਿਰ ਅੱਗੇ ਲੱਗਣੀ ਸੱਚੀ, ਅਤੇ ਹਾਹੇ ਨੂੰ ਔਂਕੜ ਵੀ ਨਹੀਂ ਸੀ ਲੱਗਣਾ। ਸੱਚਾ ਸ਼ਾਹ ਵਰਤਦਾ ਕੋਇ ਨਾ ਮੇਟਣ ਹਾਰ, ਮਨਮੁਖ ਮਹਿਲ ਨਾ ਪਾਈਨੀ ਕੂੜ ਮੁੱਠੇ ਕੁੜੀਆਰ। ਸੱਚ ਸਲਾਹਨ ਸੇ ਸੱਚੇ, ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹ ਸੱਚੇ। ਸੱਚਾ ਨਾਮ ਆਧਾਰ, ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਆਧਾਰ ਹੈ ਉਹ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਹੁੰਦਾ। ਭਾਵ ਪਰਮਾਤਮਾ ਦਾ ਨਾਮ ਜਪੇ ਬਿਨਾਂ ਨਹੀਂ ਰਹਿ ਸਕਦੇ। ਪ੍ਰਹਿਲਾਦ ਨੂੰ ਬੜੇ ਹੀ ਬਾਪ ਨੇ ਕਿਹਾ ਮੇਰਾ ਨਾਮ ਜਪ। ਉਹ ਕਹਿੰਦਾ ਨਹੀਂ, ਮੈਂ ਤਾਂ ਰਾਮ ਦਾ ਨਾਮ ਜਪਾਂਗਾ, ਮੈਂ ਤਾਂ ਪਰਮਾਤਮਾ ਦਾ ਨਾਮ ਜਪਾਂਗਾ ਜਿਸ ਨੇ ਤੈਨੂੰ ਪੈਦਾ ਕੀਤਾ। ਜਿਸ ਨੇ ਤੈਨੂੰ ਪੈਦਾ ਕੀਤਾ ਮੈਂ ਤਾਂ ਉਹਦਾ ਨਾਮ ਜਪਾਂਗਾ, ਤੇਰਾ ਨਹੀਂ ਜਪਦਾ। ਕਿਉਂ? ਬੜਾ ਡਰਾਇਆ ਧਮਕਾਇਆ, ਅੱਗ 'ਚ ਵੀ ਸੁੱਟਿਆ, ਦਰਖਤਾਂ ਤੋਂ ਹੇਠਾਂ ਪਹਾੜਾਂ ਤੋਂ ਹੇਠਾਂ ਡਿੱਗਿਆ, ਪਾਣੀ 'ਚ ਵੀ ਡੋਬਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਪਰਮਾਤਮਾ ਦਾ ਨਾਮ ਨਹੀਂ ਛੱਡਿਆ, ਨਹੀਂ ਛੱਡਿਆ। ਉਹਨਾਂ ਦੇ ਜੀਵਨ ਦਾ ਆਧਾਰ ਹੋ ਗਿਆ ਸੀ। ਆਖਾਂ ਜੀਵਾਂ ਵਿਸਰੈ ਮਰ ਜਾ। ਅਤੇ ਉਹਨੂੰ 100% ਵਿਸ਼ਵਾਸ ਸੀ ਕਿ ਜਿਹਦਾ ਮੈਂ ਨਾਮ ਜਪ ਰਿਹਾ ਇਹ ਮੇਰੀ ਸਹਾਇਤਾ ਕਰੇਗਾ। ਸੋ ਜਦੋਂ 100% ਵਿਸ਼ਵਾਸ ਹੋ ਜਾਏ ਫਿਰ ਪਰਮਾਤਮਾ ਨੂੰ ਸਹਾਇਤਾ ਕਰਨੀ ਪੈਂਦੀ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਸੱਚੀ ਕਾਰ ਨਾਮ ਜਪਣਾ, ਉਹ ਨਾਮ ਜਪਣ ਦਾ ਕੰਮ ਕਰਦੇ ਨੇ। ਸੱਚੇ ਨਾਲ ਪਿਆਰ, ਰੱਬ ਦੇ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ ਅਤੇ ਨਾਮ ਜਪਣ ਦੀ ਕਾਰ ਕਰਦੇ ਨੇ। ਸੱਚਾ ਸ਼ਾਹ ਵਰਤਦਾ ਕੋਈ ਨਾ ਮੇਟਣ ਹਾਰ, ਉਹਨਾਂ ਦੇ 'ਚ ਪਰਮਾਤਮਾ ਵਰਤਦਾ। ਫਿਰ ਉਹਨਾਂ 'ਚ ਪਰਮਾਤਮਾ ਵਰਤਦਾ ਹੈ ਅਤੇ ਉਹਨਾਂ ਦੀ ਕਾਰ ਜਿਹੜੀ ਸੱਚ ਦੀ ਕਾਰ, ਇਹਨੂੰ ਕੋਈ ਮਿਟਾਉਣ ਵਾਲਾ ਨਹੀਂ ਹੈ, ਕੋਈ ਮਿਟਾਉਣ ਵਾਲਾ ਨਹੀਂ ਹੈ। ਬੜਾ ਜ਼ੋਰ ਲਾਇਆ ਪ੍ਰਹਿਲਾਦ ਦੇ ਬਾਪ ਨੇ, ਨਹੀਂ ਅੰਦਰ ਜਿਹੜਾ ਪਰਮਾਤਮਾ ਦਾ ਨਾਮ ਸੀ ਉਹਨੂੰ ਨਹੀਂ ਮਿਟਾ ਸਕਿਆ। ਮਨਮੁਖ ਮਹਿਲ ਨਾ ਪਾਈਨੀ ਕੂੜ ਮੁੱਠੇ ਕੁੜਿਆਰ। ਜਿਹੜੇ ਮਨਮੁਖ ਹਨ ਪਰਮਾਤਮਾ ਦਾ ਉਹਨਾਂ ਨੂੰ ਮਹਿਲ ਪ੍ਰਾਪਤ ਨਹੀਂ ਹੁੰਦਾ, ਜਿਹਨੂੰ ਸੱਚਖੰਡ ਕਹਿੰਦੇ। ਪਰਮਾਤਮਾ ਦਾ ਨੂੰ ਮਹਿਲ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਮਨਮੁਖ ਨੇ। ਕੂੜ ਮੁੱਠੇ ਕੁੜਿਆਰ, ਝੂਠ ਨੇ ਉਹਨਾਂ ਨੂੰ ਠੱਗ ਲਿਆ, ਇਸ ਲਈ ਉਹ ਝੂਠੇ ਨੇ। ਉਹ ਕੁੜਿਆਰ ਨੇ ਕਿਉਂਕਿ ਕੂੜ ਨੇ ਉਹਨਾਂ ਮੁੱਠੇ ਠੱਗ ਲਿਆ ਹੈ। ਉਹ ਝੂਠ ਦੇ ਠੱਗੇ ਹੋਏ ਨੇ, ਉਹ ਝੂਠੇ ਨੇ, ਉਹ ਮਨਮੁਖ ਨੇ, ਇਸ ਲਈ ਪਰਮਾਤਮਾ ਦੇ ਮਹਿਲ ਨੂੰ ਨਹੀਂ ਪਾ ਸਕਦੇ। ਸੋ ਪਰਮਾਤਮਾ ਦੇ ਮਹਿਲ ਨੂੰ ਪਾਉਣ ਲਈ ਜ਼ਰੂਰੀ ਹੈ ਗੁਰਮੁਖ ਹੋਣਾ। ਮਨਮੁਖ ਚਾਹੇ ਦੇਖਣ ਨੂੰ ਕਿੰਨੇ ਹੀ ਧਾਰਮਿਕ ਕਰਮ ਕਰੀ ਜਾਏ, ਬਾਣੀ ਪੜ੍ਹੀ ਜਾਏ, ਨਾਮ ਜਪੀ ਜਾਏ, ਜੋ ਮਰਜ਼ੀ ਕਰੀ ਜਾਏ, ਉਹ ਮਨਮੁਖੀ ਹੁੰਦਾ ਅੰਦਰੋਂ। ਦੇਖਣ ਨੂੰ ਗੁਰਮੁਖ ਲੱਗਦਾ, ਹੁੰਦਾ ਮਨਮੁਖ ਹੈ, ਆਪਣੀ ਮਰਜ਼ੀ ਅਨੁਸਾਰ ਕਰਮ ਕਰਦਾ ਅਤੇ ਰੱਬ ਤਾਂ ਸਿਰਫ ਗੁਰਮੁਖ ਨੂੰ ਮਿਲਦਾ, ਮਨਮੁਖ ਨੂੰ ਨਹੀਂ ਮਿਲਦਾ। ਇਸ ਲਈ ਉਹਨਾਂ ਨੂੰ ਪਰਮਾਤਮਾ ਦਾ ਮਹਿਲ ਪ੍ਰਾਪਤ ਹੀ ਨਹੀਂ ਹੁੰਦਾ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।